ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀਵਾਰ ਕਿਤਾਬ ਪੜ੍ਹ ਰਹੇ ਹਾਂ ਸੌਫਟ ਟਾਰਗੇਟ ਜੀ, ਜਿਹੜੀ ਬ੍ਰਾਇਨ ਮੈਕਐਂਡਰੂ ਅਤੇ ਜ਼ੁਹੈਰ ਕਸ਼ਮੀਰੀ ਦੀ ਲਿਖੀ ਹੋਈ ਆ। ਇਹ 1999 ਦੇ ਵਿੱਚ ਕੈਨੇਡਾ ਦੇ ਵਿੱਚ ਛਪੀ ਸੀ ਅਤੇ ਉਸੇ ਵੇਲੇ ਹੀ ਇੰਡੀਆ ਦੇ ਵਿੱਚ ਇਹਨੂੰ ਬੈਨ ਕਰ ਦਿੱਤਾ ਗਿਆ ਸੀ। ਅਤੇ ਅੱਜ ਵੀ ਇੰਨੇ ਸਾਲਾਂ ਬਾਅਦ ਵੀ ਇਹ ਜਿਹੜੀ ਕਿਤਾਬ ਆ ਵੀ ਆਊਟ ਆਫ ਪ੍ਰਿੰਟ ਜਿਹੀ ਆ ਅਤੇ ਕੋਈ ਟਾਵੀਂ ਕਾਪੀ ਇਹਦੀ ਜਿਹੜੀ ਆ ਵੀ ਔਨਲਾਈਨ ਮਿਲ ਜਾਂਦੀ ਆ, ਪਰ PDF ਅਵੇਲੇਬਲ ਆ ਜੀ। ਸੋ ਇਸ ਕਰਕੇ ਬੇਨਤੀ ਆ ਵੀ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਵੀ PDF ਲੈ ਕੇ ਜਾਂ ਉੱਦਾਂ ਕਿਤਾਬ ਖਰੀਦ ਕੇ ਅਤੇ ਇੱਕ ਵਾਰੀ ਪੜ੍ਹਿਓ ਜ਼ਰੂਰ, ਕਿਉਂਕਿ ਉੱਥੋਂ ਹੀ ਪਤਾ ਲੱਗਣਾ ਆ ਵੀ ਕਿਵੇਂ ਸਿੱਖਾਂ ਦੀ ਇਮੇਜ ਜਿਹੜੀ ਆ ਵੀ ਉਹਨੂੰ ਭਾਰਤੀ ਏਜੰਸੀਆਂ ਨੇ ਅਤੇ ਹੋਰਾਂ ਨੇ ਰਲ ਕੇ ਅਤੇ ਕਿਵੇਂ ਇਹ ਵੀ ਕਹਿ ਲਓ ਵੀ ਬਿਲਕੁਲ ਹੀ ਐਨ ਖਰਾਬ ਕਰਨ ਦੀ ਜਿਹੜੀ ਆ ਵੀ ਕੁਝੀਆਂ ਕੋਸ਼ਿਸ਼ਾਂ ਕਿਹੜੇ ਪੱਧਰ 'ਤੇ ਜਾ ਕੇ ਕੀਤੀਆਂ, ਕਿੱਥੇ ਤੱਕ ਉਹਨਾਂ ਨੂੰ ਸਫਲਤਾ ਮਿਲੀ ਅਤੇ ਕਿਹੜੇ ਜਿਹੜੇ ਇੰਸੀਡੈਂਟ ਨੇ ਉਹਨਾਂ ਨੂੰ ਅਸੀਂ ਗਿਆਨ ਦੀ ਘਾਟ ਕਰਕੇ ਜਾਂ ਇਨਫੋਰਮੇਸ਼ਨ ਦੀ ਘਾਟ ਕਰਕੇ ਵੀ ਜਿਹੜਾ ਆ ਵੀ ਉਹਨੂੰ ਉਹ ਬਿਲਕੁਲ ਹੋਰ ਤਰੀਕੇ ਨਾਲ ਵੇਖ ਰਹੇ ਹਾਂ, ਜਦ ਕਿ ਇਹਨਾਂ ਇੰਸੀਡੈਂਟ ਨੇ, ਇਹਨਾਂ ਘਟਨਾਵਾਂ ਨੇ ਵੀ ਸਿੱਖ ਕੌਮ ਦੇ ਭਵਿੱਖ ਦੀਆਂ ਜੜ੍ਹਾਂ ਜਿਹੜੀਆਂ ਵੀ ਉਹਨਾਂ ਦੇ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੋਇਆ। ਸੋ ਤਾਂ ਕਰਕੇ ਵੀ ਜਾਣਕਾਰੀ ਜਿਹੜੀ ਆ ਵੀ ਇਹ ਸਾਂਝੀ ਕਰਨੀ ਕੌਮ ਦੇ ਨਾਲ ਦੁਆਰ ਤੋਂ ਬਹੁਤ ਜ਼ਰੂਰੀ ਆ। ਅਤੇ ਇੱਥੇ ਇਹ ਵੀ ਆਪਾਂ ਮੁੜ ਦੁਹਰਾ ਦਈਏ ਵੀ ਜਪਜੀ ਸਾਹਿਬ ਦੇ ਵਿੱਚ ਜਿਹੜਾ ਆਉਂਦਾ ਨਾ ਵੀ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਜਿਹੜੀਆਂ ਕਿਰਿਆਵਾਂ ਗੁਰੂ ਪਾਤਸ਼ਾਹ ਗਣਾਉਂਦੇ ਨੇ ਇੱਥੇ, ਉਹ ਗਣਾਉਣ ਦਾ ਜਿਹੜਾ ਹੈਗਾ ਆ ਕਾਰਨ ਉਹ ਇਹ ਆ ਵੀ ਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਵੀ ਜੇ ਮਤਲਬ ਵੀ ਤੁਸੀਂ ਨਾ ਵੀ ਢਿੱਡ ਦੇ ਨਾਲ ਵੀ ਉਹ ਸਾਰੀਆਂ ਗੱਲਾਂ ਦੱਸਦੇ ਨੇ, ਪਰ ਮੈਂ ਇੱਕ ਜਿਹੜੀ ਉਦਾਹਰਨ ਆ ਵੀ ਉਹ ਲੈਣ ਲੱਗਿਆ ਵੀ ਉਹ ਕਹਿੰਦੇ ਵੀ ਜੇ ਤੁਸੀਂ ਢਿੱਡ ਦੇ ਨਾਲ ਟਰੱਕਾਂ ਦੇ ਟਰੱਕ ਜਿਹੜੇ ਆ, ਗੱਡਿਆਂ ਦੇ ਗੱਡੇ ਜਿਹੜੇ ਵੀ ਰੋਟੀਆਂ ਦੇ ਬੰਨ੍ਹ ਲਓ, ਜਾਂ ਵੀ ਢਿੱਡ ਜਿਹੜਾ ਆ ਵੀ ਐਨ ਉੱਤੇ ਤੱਕ ਵੀ ਖਾਣੇ ਦੇ ਨਾਲ ਧੂਸ ਲਓ ਜੀ, ਫੇਰ ਵੀ ਤੁਹਾਨੂੰ ਦੁਬਾਰਾ ਜਿਹੜੀ ਆ ਵੀ ਉਹ ਭੁੱਖ ਲੱਗਣੀ ਆ ਅਤੇ ਦੁਬਾਰਾ ਰੋਟੀ ਜਿਹੜੀ ਆ ਵੀ ਉਹ ਖਾਣੀ ਪੈਣੀ ਆ। ਸੋ ਇਹ ਕਿਰਿਆਵਾਂ ਜਿਹੜੀਆਂ ਨੇ ਨਾ ਜਾਣਕਾਰੀ ਸਾਂਝੀ ਕਰਨ ਵਾਲੀਆਂ ਅਤੇ ਜਾਣਕਾਰੀ ਜਿਹੜੀ ਆ ਵੀ ਉਹ ਜਿਹਨੂੰ ਅੰਗਰੇਜ਼ੀ 'ਚ ਡਿਸੈਮੀਨੇਟ ਕਹਿੰਦੇ ਆ ਵੀ ਫੈਲਾਉਣ ਵਾਲੀਆਂ ਜਿਹੜੀਆਂ ਵੀ ਉਹ ਕਿਰਿਆਵਾਂ ਜਿਹੜੀਆਂ ਆ ਵੀ ਉਹ ਹਰੇਕ ਪੀੜ੍ਹੀ ਦੇ ਵਿੱਚ, ਹਰੇਕ ਦਹਾਕੇ ਦੇ ਵਿੱਚ, ਹਰੇਕ ਕਹਿ ਲਓ ਵੀ ਸਮੇਂ ਦੇ ਵਿੱਚ ਉਹ ਸਾਂਝੀਆਂ ਕਰਨੀਆਂ ਦੁਬਾਰਾ ਜ਼ਰੂਰੀ ਹੋ ਜਾਂਦੀਆਂ, ਕਿਉਂਕਿ ਉਹ ਇਹ ਨਿਗਾਹ ਵੀ ਬਸ ਕਿਤਾਬ ਜਿਹੜੀ 99 ਦੇ ਵਿੱਚ 1999 'ਚ ਲਿਖੀ ਗਈ ਅਤੇ ਉਹਦੇ ਨਾਲ ਜਾਣਕਾਰੀ ਜਿਹੜੀ ਆ ਵੀ ਉਹ ਪੱਕੇ ਤੌਰ ਦੇ ਉੱਤੇ ਵੀ ਕਮਿਊਨਿਟੀ ਦਾ ਜਿਹੜਾ ਆ ਵੀ ਉਹ ਕਮਿਊਨਿਟੀ ਦੀ ਜਿਹੜੀ ਕਹਿ ਲਓ ਵੀ ਕਲੈਕਟਿਵ ਜਾਣਕਾਰੀ ਆ ਵੀ ਉਹਦਾ ਹਿੱਸਾ ਬਣ ਗਈ। ਉਹਨੂੰ ਤੁਹਾਨੂੰ ਦੁਬਾਰਾ ਦੁਹਰਾ ਕੇ ਅਤੇ ਉਹ ਅਗਲੀ ਜਨਰੇਸ਼ਨ ਤੱਕ ਪਹੁੰਚਾਉਣਾ ਪੈਣਾ। ਬਿਲਕੁਲ, ਕਿਉਂਕਿ ਇਹਦੇ ਵਿੱਚ ਕੁਤਾਈ ਜਿੱਥੇ ਹੋ ਗਈ ਉੱਥੇ ਹੀ ਉਹ ਲੜੀ ਜਿਹੜੀ ਟੁੱਟ ਜਾਣੀ ਆ ਅਤੇ ਜਿਹੜੀ ਅਗਲੀ ਜਨਰੇਸ਼ਨ ਆ ਉਹਨੂੰ ਸਮਝ ਨਹੀਂ ਲੱਗਣਾ ਵੀ ਇਹ ਵੀ ਲੈ ਇੱਦਾਂ ਐਵੇਂ ਹੀ ਕਹੀ ਜਾਂਦੇ ਆ ਜੀ ਜੀ ਜੀ, ਵੀ ਇੱਦਾਂ ਕਹਿਣ ਦਾ ਮਤਲਬ ਵੀ ਕੋਈ ਹੈ ਤੇ ਹੈ ਨਹੀਂ ਬੇਸਿਸ। ਬਿਲਕੁਲ, ਅਤੇ ਉਹੋ ਹੀ ਕਰਤੂਤਾਂ ਜਿਹੜੀਆਂ ਆ ਵੀ ਉਹ ਉੱਥੋਂ ਤੁਹਾਨੂੰ ਸਮਝ ਲੱਗ ਜਾਣੀ ਆ ਵੀ ਜਿਹੜੀਆਂ ਕਰਤੂਤਾਂ ਇਹ ਕਰਦੇ ਪਏ ਆ ਅਪਗ੍ਰੇਡ। ਬਿਲਕੁਲ ਜੀ, ਕਿਉਂਕਿ ਇਹ ਜਿਹੜੀ ਜਾਣਕਾਰੀ ਦੀ ਘਾਟ ਆ ਉਹਦਾ ਲਾਹਾ ਲੈ ਕੇ ਅਤੇ ਜਿਹੜੀ ਬਕਵਾਸ ਇਹਨਾਂ ਨੇ ਮਾਈ ਭਾਗੋ ਬਾਰੇ ਕੀਤੀ ਆ, ਜਿਹੜੀ ਹੋਰ ਜਿਹੜੀਆਂ ਸਾਡੀਆਂ ਇਤਿਹਾਸਕ ਸ਼ਖਸੀਅਤਾਂ ਨੇ ਜੀ ਜੀ ਜੀ, ਉਹਨਾਂ ਬਾਰੇ ਜਿਹੜੀ ਘਟੀਆ ਪੱਧਰ ਦੀ ਬਕਵਾਸ ਕੀਤੀ, ਅਤੇ ਜਿਹੜੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਧਰਮ ਦੇ ਖੇਤਰ ਦੀਆਂ ਸ਼ਖਸੀਅਤਾਂ ਨੇ, ਭਾਵੇਂ ਉਹ ਸਾਡੇ ਪ੍ਰਚਾਰਕ ਨੇ, ਕੀਰਤਨੀਏ ਨੇ, ਰਾਗੀ ਢਾਡੀ ਨੇ, ਉਹਨਾਂ ਸਾਰਿਆਂ ਬਾਰੇ ਜੇ ਇਸ ਘਟੀਆ ਪੱਧਰ ਦੀ ਬਕਵਾਸ ਕੀਤੀ ਆ, ਖਾਸ ਤੌਰ ਦੇ ਉੱਤੇ ਵੀ ਜਦੋਂ ਆਪਾਂ ਇਹ ਵੇਖਦੇ ਹਾਂ ਵੀ ਇਹ ਖੇਤਰ ਇੱਦਾਂ ਦਾ ਵੀ ਪ੍ਰਚਾਰ ਦਾ, ਕੀਰਤਨ ਦਾ ਅਤੇ ਢਾਡੀ ਵਾਰਾਂ ਦਾ ਵੀ ਜਿਹਦੇ ਵਿੱਚ ਬੀਬੀਆਂ ਦੀ ਜਿਹੜੀ ਰੈਪਰਜੈਂਟੇਸ਼ਨ ਆ ਉਹ ਬਹੁਤ ਘੱਟ ਆ। ਬਿਲਕੁਲ, ਅਤੇ ਜਿਹੜੀਆਂ ਬੀਬੀਆਂ ਹੈਗੀਆਂ ਨੇ ਇਸ ਖੇਤਰ ਦੇ ਵਿੱਚ, ਉਹ ਭਾਵੇਂ ਬੀਬੀ ਦਲੇਰ ਕੌਰ ਆ, ਭਾਵੇਂ ਗਗਨਦੀਪ ਕੌਰ ਆ, ਭਾਵੇਂ ਹੋਰ ਨੇ, ਭਈ ਉਹਨਾਂ ਬਾਰੇ ਜੇ ਇਸ ਘਟੀਆ ਪੱਧਰ 'ਤੇ ਜਾ ਕੇ ਇਹਨਾਂ ਨੇ ਖਾਸ ਤੌਰ 'ਤੇ ਹਰਨੇਕ ਨੇਕੀ ਅਤੇ ਜਿਹੜੇ ਇਹਦੇ ਨਾਲ ਦੇ ਅਪਗ੍ਰੇਡ ਨੇ ਵੀ ਉਹਨਾਂ ਨੇ ਜੇ ਇਸ ਘਟੀਆ ਪੱਧਰ ਦੀ ਬਕਵਾਸ ਕੀਤੀ ਆ, ਜਿਹੋ ਜਿਹੀ ਸ਼ਬਦਾਵਲੀ ਘਟੀਆ ਵਰਤੀ ਆ, ਉਹਦਾ ਇੱਕ ਟੀਚਾ ਸਿੰਪਲ ਜਿਹਾ ਇਹ ਆ ਵੀ ਇਹ ਖੇਤਰ ਦੇ ਵਿੱਚ ਦੁਬਾਰਾ ਜਿਹੜਾ ਕੋਈ ਬੰਦਾ ਕੌਮੀ ਸੋਚ ਵਾਲਾ ਹੈਗਾ ਆ
ਉਹ ਸੋਚੇ ਵੀ ਨਾ ਵੀ ਮੈਂ ਆਪਣੇ ਨਿਆਣੇ ਨੂੰ ਇਸ ਖੇਤਰ ਦੇ ਵਿੱਚ ਲੈ ਕੇ ਆਉਣਾ। ਬਿਲਕੁਲ ਜੀ ਬਿਲਕੁਲ। ਮੈਂ ਆਪਣੇ ਨਿਆਣੇ ਨੂੰ ਭਈ ਰਾਗੀ ਬਣਾਉਣਾ, ਢਾਡੀ ਬਣਾਉਣਾ ਆ ਜਾਂ ਪ੍ਰਚਾਰਕ ਬਣਾਉਣਾ। ਸਹੀ ਗੱਲ। ਤੇ ਉਹ ਚੀਜ਼ ਜਿਹੜੀ ਆ ਵੀ ਉਹ ਜਦੋਂ ਅਸੀਂ ਦਿਮਾਗ ਦੇ ਵਿੱਚ ਲੈ ਕੇ ਆਉਂਦੇ ਆ ਤੇ ਫਿਰ ਸਮਝ ਲੱਗਦੀ ਆ ਵੀ ਇਹਨਾਂ ਦੀ ਜਿਹੜੀ ਇਹ ਘਟੀਆ ਹਰਕਤਾਂ ਨੇ ਵੀ ਇਹਨਾਂ ਦਾ ਟੀਚਾ ਕੀ ਆ। ਬਿਲਕੁਲ ਜੀ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਉੱਥੋਂ ਪਤਾ ਲੱਗ ਜਾਣੀਆਂ ਚਾਹੀਦੀਆਂ ਵੀ ਜਦੋਂ ਗੁਰੂ ਮਹਾਰਾਜ ਪਹਿਲੀ ਪੌੜੀ ਦੇ ਵਿੱਚ ਸਾਨੂੰ ਇੱਕ ਕਹਿ ਲਓ ਭਈ ਸਿੱਖਿਆ ਦਿੰਦੇ ਆ ਭਈ ਕੁਛ ਜਿਹੜੇ ਕੰਮ ਹੈਗੇ ਆ, ਕੁਛ ਕਿਰਿਆਵਾਂ ਜਿਹੜੀਆਂ ਹੈਗੀਆਂ ਆ ਵੀ ਉਹ ਕੌਮੀ ਸਰੀਰ ਲਈ, ਮਨੁੱਖੀ ਸਰੀਰ ਲਈ, ਤੇ ਉਹ ਸਾਰੀਆਂ ਜਿਹੜੀਆਂ ਜਿੱਦਾਂ ਮਨੁੱਖੀ ਸਰੀਰ ਲਈ ਦੁਬਾਰਾ ਕਰਨੀਆਂ ਪੈਂਦੀਆਂ ਵੀ ਉੱਦਾਂ ਹੀ ਕੌਮੀ ਸਰੀਰ ਨੂੰ ਵੀ ਤਗੜਾ ਰੱਖਣੇ ਲਈ ਵੀ ਇਹ ਕਿਰਿਆਵਾਂ ਜਿਹੜੀਆਂ ਨੇ ਵੀ ਜਾਣਕਾਰੀ ਪਿਛੋਕੜ ਦੀ, ਬਿਲਕੁਲ, ਤੇ ਭਵਿੱਖ ਦੇ ਪਲਾਨ, ਉਹ ਸਾਰੀਆਂ ਜਿਹੜੀਆਂ ਨੇ ਉਹ ਦੁਬਾਰਾ ਦੁਹਰਾਉਣੀਆਂ ਪੈਂਦੀਆਂ ਨੇ। ਇਹ ਸਹੀ ਗੱਲ ਹੈ ਭਾਜੀ। ਜਿੱਦਾਂ ਮੇਰੇ ਤਾਂ ਇੱਕ ਹੋਰ ਇੱਦਾਂ ਐਗਜ਼ਾਮਪਲ ਜੋੜਦੀ ਸੀ ਦਿਮਾਗ 'ਚ, ਇੱਕ ਜਿੱਦਾਂ ਇੱਕ ਗੁਰੂ ਸਾਹਿਬ ਨੇ ਕਿਰਿਆਵਾਂ ਦੱਸੀਆਂ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਆ, ਇੱਦਾਂ ਜਦੋਂ ਆਪਾਂ ਸਫਾਈ ਦੀ ਵੀ ਗੱਲ ਕਰਦੇ ਹਾਂ, ਹੁਣ ਸਾਡਾ ਘਰ ਆ, ਹੁਣ ਸਾਡਾ ਇੱਕ ਆਪਾਂ ਆਪਣੇ ਜਿਹੜੇ ਘਰ 'ਚ ਰਹਿੰਦੇ ਹਾਂ ਅਸੀਂ ਉੱਥੇ ਰੋਜ਼ ਸਫਾਈ ਕਰਦੇ ਹਾਂ, ਤਾਂ ਕਿ ਜੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉੱਥੇ ਗੰਦੇ ਕੀੜੇ ਪੈਦਾ ਹੋ ਜਾਣਗੇ, ਗੰਦਗੀ ਫੈਲੂਗੀ ਤੇ ਉਹ ਗੰਦਗੀ ਕਰਕੇ ਅਸੀਂ ਬਿਮਾਰ ਹੋਵਾਂਗੇ। ਇੱਦਾਂ ਜਿਹੜਾ ਹੁਣ ਸਾਡਾ ਦਿਮਾਗ ਆ, ਇਹਨੂੰ ਅਸੀਂ ਰੋਜ਼ ਸਾਫ਼ ਕਰਨਾ ਆ ਚੰਗੇ ਵਿਚਾਰਾਂ ਨਾਲ, ਚੰਗੇ ਗਿਆਨ ਦੇ ਨਾਲ। ਜੇ ਅਸੀਂ ਉਹਨੂੰ ਨਹੀਂ ਸਾਫ਼ ਕਰਾਂਗੇ ਤਾਂ ਇਹੋ ਜਿਹੇ ਗੰਦੇ ਕੀੜੇ ਜਿਹੜੇ ਅਪਗ੍ਰੇਡ ਵਰਗੇ ਗੰਦੇ ਕੀੜੇ ਪੈਦਾ ਹੋਣਗੇ, ਤਾਂ ਉਹ ਪੈਦਾ ਹੋਣ ਕੇ ਸਾਡੀ ਮਾਨਸਿਕਤਾ ਨੂੰ ਬਿਮਾਰ ਕਰਨਗੇ। ਤੇ ਉਹ ਚੀਜ਼ਾਂ ਦਾ ਸਾਨੂੰ ਬਹੁਤ ਜ਼ਰੂਰੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਕੁਝ ਕਿਰਿਆਵਾਂ ਤੁਹਾਨੂੰ ਨਿਰੰਤਰ ਕਰਨੀਆਂ ਪੈਂਦੀਆਂ ਹੈ, ਜੇ ਨਹੀਂ ਕਰੋਗੇ ਤਾਂ ਤੁਸੀਂ ਬਿਮਾਰ ਹੋ ਜਾਣਾ ਹੈ। ਬਿਲਕੁਲ। ਇੱਕ ਹੋਰ ਵੀ ਜਿਹੜੀ ਬਹਿਸ ਚੱਲਦੀ ਹੈ ਨਾ ਵੀ ਪਹਿਲੀ ਪੌੜੀ ਦੇ ਉੱਤੇ ਵੀ ਜਿਹੜੀ ਇਹ ਤੋਕਿਆ ਵੀ ਸੋਚਿਆ ਸੋਚ ਨਾ ਹੋਵੇ ਜੀ, ਉਹਦੇ ਵਿੱਚ ਵੀ ਜਿਹੜੀ ਹੈਗੀ ਆ ਟ੍ਰੈਡੀਸ਼ਨਲ ਅੰਡਰਸਟੈਂਡਿੰਗ ਉਹ ਇਹ ਹੁੰਦੀ ਸੀਗੀ ਵੀ ਸੋਚਿਆ ਸੋਚ ਨਾ ਹੋਵੇ ਦਾ ਮਤਲਬ ਇਹ ਆ ਵੀ ਤੁਸੀਂ ਜਿੰਨਾ ਮਰਜ਼ੀ ਸੋਚ ਲਓ ਜੀ, ਵੀ ਸੋਚ ਕੇ ਤੁਸੀਂ ਰੱਬ ਦਾ ਅੰਤ ਨਹੀਂ ਪਾ ਸਕਦੇ ਜੀ। ਤੇ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਵੀ ਸੰਸਕ੍ਰਿਤ ਦਾ ਸਹਾਰਾ ਲੈ ਕੇ ਤੇ ਉਹਦੇ ਵਿੱਚ ਸੋਚ ਜਿਹੜਾ ਆ ਉਹਨੂੰ ਸ਼ੌਚ ਦੇ ਨਾਲ ਵੀ ਜੋੜ ਲਿਆ। ਵੀ ਉਹ ਕਹਿੰਦੇ ਵੀ ਸ਼ੌਚ ਜਿਹੜਾ ਆ ਵੀ ਉਹ ਸਰੀਰਕ ਸਫਾਈ ਜਿਹੜੀ ਆ ਜੀ ਵੀ ਉਹਨੂੰ ਸੰਬੰਧਿਤ ਆ। ਤੇ ਉਹ ਜਦੋਂ ਤੁਸੀਂ ਆ ਸਰੀਰਕ ਸਫਾਈ ਦੀ ਗੱਲ ਕੀਤੀ ਆ ਜੀ, ਤੇ ਤਾਂ ਮੈਨੂੰ ਧਿਆਨ ਆਇਆ ਵੀ ਉਹ ਜਿਹੜੀ ਸਰੀਰਕ ਸਫਾਈ ਆ ਵੀ ਉਹ ਇਹ ਕਹਿੰਦੇ ਵੀ ਸੋਚਿਆ ਸੋਚ ਨਾ ਹੋਵੇ ਵੀ ਤੁਸੀਂ ਜਿੰਨੀ ਮਰਜ਼ੀ ਸਰੀਰਕ ਸੋਚ ਰੱਖ ਲਓ ਵੀ ਉਹਦੇ ਨਾਲ ਵੀ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੀ। ਪਰ ਜਦੋਂ ਆਪਾਂ ਇਹ ਵੇਖਦੇ ਆ ਨਾ ਵੀ ਇਹ ਜਿਹੜੀ ਸਾਰੀ ਪੌੜੀ ਆ ਵੀ ਇਹਦਾ ਟੀਚਾ ਕੀ ਆ, ਸਿੱਖਿਆ ਕੀ ਆ ਇਹਦੇ ਵਿੱਚ, ਉਹਦੇ ਵਿੱਚ ਫਿਰ ਦੋਵੇਂ ਹੀ ਜਿਹੜੇ ਮੀਨਿੰਗ ਨੇ ਵੀ ਉਹ ਸਾਰਥਕ ਹੋ ਜਾਂਦੇ ਆ। ਵੀ ਨਾ ਸੋਚ ਕੇ ਤੁਸੀਂ ਰੱਬ ਦਾ ਅੰਤ ਪਾ ਸਕਦੇ ਆ, ਤੁਹਾਨੂੰ ਉਹ ਜਿਹੜਾ ਆ ਸਮੇਂ ਤੇ ਹਰੇਕ ਜਿਹੜੀ ਸਿਚੁਏਸ਼ਨ ਆ ਉਹਨੂੰ ਦੁਬਾਰ ਤੋਂ ਵਿਚਾਰਨਾ ਹੀ ਪੈਣਾ ਹੈ। ਬਿਲਕੁਲ। ਈਵਨ ਜਿਹੜੀ ਕੋਈ ਸਿਚੁਏਸ਼ਨ ਤੁਸੀਂ ਵਿਚਾਰ ਕੇ ਉਹਦਾ ਕੋਈ ਨਤੀਜਾ ਤੁਸੀਂ ਕੱਢਿਆ ਸੀ, ਜਿਹੜੀਆਂ ਨਵੀਆਂ ਕੋਈ ਡਿਵੈਲਪਮੈਂਟ ਹੋਈਆਂ ਆ ਉਹਦੇ ਵਿੱਚ ਤੁਹਾਨੂੰ ਮੁੜ ਵਿਚਾਰ ਕਰਕੇ ਤੇ ਉਹਦੇ ਲਈ ਫੇਰ ਦੁਬਾਰ ਤੋਂ ਜਾਂ ਤੇ ਉਹੀ ਪੁਰਾਣੇ ਟੀਚੇ ਤੇ ਪਹੁੰਚਣਾ ਪੈਣਾ। ਨਹੀਂ ਤਾਂ ਹੋ ਸਕਦਾ ਵੀ ਨਵੀਆਂ ਜੋ ਡਿਵੈਲਪਮੈਂਟ ਹੋਈਆਂ ਵੀ ਉਹਦੇ ਮੱਦੇ ਨਜ਼ਰ ਤੁਹਾਨੂੰ ਨਵੇਂ ਨਤੀਜੇ ਦੇ ਉੱਤੇ ਪਹੁੰਚਣਾ ਪਵੇ। ਸਹੀ ਗੱਲ। ਤੇ ਉਹੋ ਹੀ ਚੀਜ਼ ਜਿਹੜੀ ਆ ਵੀ ਉਹ ਤੁਸੀਂ ਸੋਚ ਦੇ ਉੱਤੇ ਵੀ ਲਾ ਸਕਦੇ ਆ। ਵੀ ਤੁਸੀਂ ਸੋਚ ਰੱਖਦੇ ਆ ਵੀ ਰੋਜ਼ ਇਸ਼ਨਾਨ ਕਰਦੇ ਆ, ਵੀ ਇਹ ਨਹੀਂ ਤੁਸੀਂ ਕਰ ਸਕਦੇ ਵੀ ਹੁਣ ਮੈਂ ਇੱਕ ਵਾਰੀ ਉੱਥੇ ਜਾ ਕੇ ਤੇ ਗੰਗਾ ਨਾ ਆਇਆ, ਜਿੱਦਾਂ ਬਾਹਮਣ ਕਰਦੇ ਸੀਗੇ ਵੀ ਉਹਨਾਂ ਨੇ ਜਿਹੜਾ ਕਹਿ ਲਓ ਵੀ ਫਰਾਡ ਕੀਤਾ ਹੋਇਆ ਸੀ, ਤੇ ਬਸ ਤੂੰ ਹੁਣ ਗੰਗਾ ਨਾਲ ਆ ਵੀ ਹੁਣ ਤੂੰ ਹਮੇਸ਼ਾ ਲਈ ਸੁੱਚਾ ਹੋ ਗਿਆ, ਸੋ ਅਗਲੇ ਸਾਲ ਆ ਕੇ ਫਿਰ ਨਾਲ ਹੀ ਆ ਜਾਂ 5 ਸਾਲਾਂ ਨੂੰ ਨਾਲ ਹੀ ਜਾਂ ਕੁੰਭ ਤੇ ਨਾਲ ਹੀ। ਬਿਲਕੁਲ। ਨਹੀਂ ਗੱਲ ਤਾਂ ਠੀਕ ਹੈ। ਔਰ ਜਿੱਦਾਂ ਜਿਹੜਾ ਆਪਾਂ ਦੂਜਾ ਇਹਦਾ ਅਰਥ ਲੈਂਦੇ ਹਾਂ ਕਿ ਸੋਚ ਕੇ ਤੁਸੀਂ ਰੱਬ ਦਾ ਅੰਤ ਨਹੀਂ ਪਾ ਸਕਦੇ, ਤੇ ਫਿਰ ਜਿਹੜੇ ਸੋਚਣ ਲੱਗ ਜਾਂਦੇ ਨੇ ਨਾ ਉਹ ਫਿਰ ਰਣਜੀਤ ਸਿੰਘ ਢੱਡਰੀਆਂ ਵਰਗੇ ਬਣ ਜਾਂਦੇ। ਕਦੇ ਕਹਿ ਦਿੰਦੇ ਕੁਦਰਤੀ ਰੱਬ ਆ, ਕਦੇ ਕੁਦਰਤ ਵੀ ਰੱਬ ਆ, ਕਦੇ ਕੁਦਰਤ ਹੀ ਰੱਬ ਆ। ਯਾਨੀ ਕਿ ਤੁਸੀਂ ਆਪ ਕਨਫਿਊਜ਼ ਹੋ ਜਾਣਾ ਆ, ਆਪ ਤੁਸੀਂ ਇੱਕ ਪਾਗਲਪਨ ਦੀ ਸੀਮਾ ਤੱਕ ਪਹੁੰਚ ਜਾਣਾ ਹੈ ਜਿਹਦੇ 'ਚ ਤੁਹਾਨੂੰ ਮਤਲਬ ਤੁਸੀਂ ਆਪਣੇ ਨੂੰ ਸ਼ਦਾਈ ਬਣਾ ਕੇ ਪੇਸ਼ ਕਰਨਾ ਹੈ ਲੋਕਾਂ ਮੂਹਰੇ। ਨਹੀਂ, ਮੈਨੂੰ ਤੁਹਾਡੀ ਗੱਲ ਤੋਂ ਧਿਆਨ ਆਇਆ ਪਈ ਇਹ ਵੀ ਭਾਈ ਵੀ ਇਹ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਜੀ ਵੀ ਉਹਦੇ ਆਪਣੇ ਕਹੇ ਮੁਤਾਬਕ ਵੀ ਉਹ ਸ਼ਾਇਦ ਸਕੂਲੇ ਕਦੀ ਗਿਆ ਨਹੀਂ ਸ਼ਾਇਦ, ਤੇ ਉਹਨੇ ਜੋ ਕੁਝ ਵੀ ਸਿੱਖਿਆ ਆ ਦੂਸਰਾ ਕੀਰਤਨ ਤੇ ਦੂਸਰੀਆਂ ਧਾਰਨਾਵਾਂ ਪੜ੍ਹਨੀਆਂ ਤੇ ਹੋਰ ਸਾਰਾ ਕੁਝ ਜਿਹੜਾ ਆ ਉਹ ਉਹਨੇ ਡੇਰੇ 'ਚ ਸਿੱਖਿਆ ਜੀ। ਤੇ ਡੇਰੇ ਦੇ ਵਿੱਚ ਵੀ ਉਹ ਤਾਂ ਕਰਕੇ ਵੀ ਇਹ ਵੀ ਇਹਦੇ ਘਰ ਦੀ ਕਹਾਣੀ ਜਿਹੜੀ ਆ ਵੀ ਉਹ ਬੜੀ ਅਜੀਬ ਜਿਹੀ ਆ ਵੀ ਉਹ ਆਪਾਂ ਕਿਸੇ ਹੋਰ ਟਾਈਮ ਸਾਂਝੀ ਕਰ ਲਾਂਗੇ। ਤੇ ਉਹਦੇ ਵਿੱਚ ਇਹ ਆ ਵੀ ਨਾ ਇਹਦੇ ਪਿਓ ਨੇ ਇਹਨੂੰ ਪਾਲਿਆ ਨਾ ਮਾਂ ਨੇ ਪਾਲਿਆ, ਤੇ ਇਹਨੂੰ ਡੇਰੇ ਦੇ ਉੱਤੇ ਛੱਡ ਦਿੱਤਾ ਗਿਆ। ਤੇ ਡੇਰੇ ਦੇ ਉੱਤੇ ਜਿਹੜਾ ਡੇਰੇਦਾਰ ਸੀਗਾ ਵੀ ਉਹਨੇ ਇਹਨੂੰ ਵੀ ਜਿੱਦਾਂ ਬਾਕੀ ਨਿਆਣੇ ਉੱਥੇ ਪਲਦੇ ਸੀ ਵੀ ਉਹਦੇ ਵਿੱਚ ਹੀ ਪਾਲਿਆ ਜੀ।
ਤੇ ਉਹ ਹੁਣ ਮਤਲਬ ਵੀ ਇਹ ਬੰਦਾ ਵੀ ਨਾ ਇਹਨੇ ਕੋਈ ਕਿਸੇ ਵੀ ਵਿਸ਼ੇ ਦੀ ਪੜ੍ਹਾਈ ਕੀਤੀ ਆ, ਨਾ ਲੈਂਗੁਏਜ ਦੀ, ਨਾ ਕਹਿ ਲਓ ਭਈ ਫਿਲਾਸਫੀ ਦੀ, ਨਾ ਇਤਿਹਾਸ ਦੀ। ਬਿਲਕੁਲ। ਤੇ ਜਿਹੜੀ ਮਿਊਜ਼ਿਕ ਦੀ ਆ ਉਹ ਵੀ ਜਿੱਦਾਂ ਦੀ ਹੈਗੀ ਆ, ਉਹ ਪਤਾ ਹੀ ਆ ਵੀ ਇਹ ਵੀ ਧਾਰਨਾਵਾਂ ਪੜ੍ਹਦਾ, ਕਦੀ ਉਹ ਕਹਿੰਦਾ ਵੀ ਮੈਂ ਹੁਣ ਧਾਰਨਾਵਾਂ ਪੜ੍ਹਨੀਆਂ ਬੰਦ ਕਰ ਦਿੱਤੀਆਂ ਤੇ ਦੁਬਾਰਾ ਤੋਂ ਫੇਰ ਧਾਰਨਾਵਾਂ ਤੇ ਆ ਗਿਆ, ਤੇ ਫੇਰ ਉਹਨੂੰ ਜਸਟੀਫਾਈ ਵੀ ਕਰਨ ਲੱਗ ਪਿਆ ਵੀ ਧਾਰਨਾਵਾਂ ਪੜ੍ਹਨੀਆਂ ਜੀ ਕੀ ਗਲਤ ਹੈ। ਜਦੋਂ ਭਰਾਵਾ ਛੱਡੀਆਂ ਸੀ, ਜਦੋਂ ਅਨਾਊਂਸ ਕੀਤਾ ਸੀ ਵੀ ਮੈਂ ਹੁਣ ਗਾਂ ਤੋਂ ਨਹੀਂ ਪੜੂੰਗਾ, ਉਦੋਂ ਕੀ ਗਲਤ ਸੀਗਾ ਉਹ ਵੀ ਦੱਸ ਦੇ। ਫੇਰ ਦੁਬਾਰਾ ਕੀ ਹੋ ਗਿਆ ਵੀ ਹੁਣ ਜਿਹੜਾ ਫੇਰ ਮੁੜ ਕੇ ਦੁਬਾਰਾ ਉਸੇ ਕਹਿ ਲਓ ਵੀ ਮੁੜ ਕੇ ਖੋਤੀ ਬੋੜ ਥੱਲੇ ਵਾਲਾ ਕੰਮ ਹੋ ਗਿਆ। ਬਿਲਕੁਲ। ਜਾਂ ਗਿਆਨਤਾ ਚ ਹੁਣ ਮੈਰੀ ਕ੍ਰਿਸਮਸ ਨੂੰ ਵੀ ਕਹੀ ਜਾਂਦਾ ਸੀਗਾ ਕਿ ਜਿਹੜਾ ਜੀਸਸ ਦਾ ਜੀਸਸ ਦੀ ਮਾਂ ਆ ਮੈਰੀ ਹੈਗੇ, ਉਹਦੀ ਗੱਲ ਹੋ ਰਹੀ ਆ ਨਹੀਂ ਕਿ ਸੋ ਮਤਲਬ ਵੀ ਆਹ ਪੱਧਰ ਆ ਇਹਦਾ ਗਿਆਨ। ਬਿਲਕੁਲ। ਤੇ ਇਧਰੋਂ ਇੱਕ ਜਿਹੜਾ ਹੈਗਾ ਕਰਮਿੰਦਰ ਸਿੰਘ ਢਿੱਲੋਂ, ਹਾਂਜੀ, ਭਈ ਮਲੇਸ਼ੀਆ ਦੀ ਬਿਊਰੋਕ੍ਰੇਸੀ ਦੇ ਵਿੱਚ ਮਿਡਲ ਲੈਵਲ ਦਾ ਬਿਊਰੋਕਰੈਟ ਆ ਜੀ, ਤੇ ਬਹੁਤਿਆਂ ਨੇ ਉਹਦਾ ਨਾਂ ਨਹੀਂ ਸੁਣਿਆ ਹੋਣਾ, ਵੀ ਮੈਨੂੰ ਵੀ ਭੁਲੇਖਾ ਹੀ ਪੈਂਦਾ, ਪਰ ਮੈਨੂੰ ਲੱਗਦਾ ਆ ਵੀ ਮੈਂ ਇਹਦੇ ਆਰਟੀਕਲ ਜਿਹੜੇ ਆ ਵੀ ਉਹ ਕਿਸੇ ਟਾਈਮ ਦੇ ਉੱਤੇ ਜਦੋਂ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦਾ ਜਿਹੜਾ ਰਸਾਲਾ ਨਿਕਲਦਾ ਸੀਗਾ ਤਮਾਈ ਜੀ, ਜਿਹਦਾ ਨਾਂ ਹੀ ਐਬਸਟਰੈਕਟ ਆਫ ਸਿੱਖ ਸਟੱਡੀਜ਼, ਵੀ ਉਹਦੇ ਵਿੱਚ ਕਿਤੇ ਇਹਦੇ ਆਰਟੀਕਲ ਜਿਹੜੇ ਆ ਵੀ ਮੈਂ ਪੜ੍ਹੇ ਆ ਜੀ। ਤੇ ਉਹ ਅਖੇ ਵੀ ਮੈਂ ਇਹਨੇ ਨਾ ਜਦੋਂ ਇਹਦਾ ਆਰਟੀਕਲ ਜਿਹੜਾ ਐਡੀਟੋਰੀਅਲ ਇਹਨੇ ਲਿਖਿਆ ਵੀ ਸਿੱਖ ਬੁਲੇਟਿਨ ਦੇ ਵਿੱਚ ਜੀ, ਤੇ ਉਹ ਜਦੋਂ ਮੇਰੀ ਨਜ਼ਰ ਨਹੀਂ ਆਇਆ ਤੇ ਮੈਂ ਇਹਨੂੰ ਈਮੇਲ ਪਾ ਦਿੱਤੀ। ਮੈਂ ਕਿਹਾ ਵੀ ਡਾਕਟਰ ਸਾਹਿਬ ਵੀ ਲੱਗਦਾ ਵੀ ਤੁਹਾਨੂੰ ਕਿਸੇ ਨੇ ਗਲਤ ਜਾਣਕਾਰੀ ਦੇ ਦਿੱਤੀ ਆ, ਵੀ ਭੁਲੇਖਾ ਲੱਗ ਗਿਆ ਤੁਹਾਨੂੰ, ਭਈ ਤੁਸੀਂ ਜਿਹੜਾ ਨਾ ਵੀ ਇਹ ਜੋ ਤੁਸੀਂ ਜਸਟੀਫਾਈ ਕੀਤਾ ਆ ਵੀ ਹਰਨੇਕ ਨੂੰ, ਢੱਡਰੀਆਂ ਵਾਲੇ ਨੂੰ, ਘੱਗੇ ਨੂੰ ਤੇ ਆਪਣਾ ਲਖਵੀਰ ਸਿੰਘ ਨੂੰ ਜੀ, ਭਈ ਇਹ ਸਾਰਾ ਤੁਹਾਡੇ ਕੋਲੇ ਜਾਣਕਾਰੀ ਪ੍ਰੋਪਰ ਹੈ ਨਹੀਂ, ਵੀ ਆਪਾਂ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਕੇ ਮੈਂ ਤੁਹਾਨੂੰ ਕੱਲੀ ਨੁਕਤੇ ਦੇ ਉੱਤੇ ਜਾਣਕਾਰੀ ਦੇ ਦਿੰਦਾ ਜੀ। ਤੇ ਇਹਨੇ ਮੈਨੂੰ ਚਿੱਠੀ ਪਾ ਦਿੱਤੀ ਦੁਬਾਰਾ ਈਮੇਲ, ਕਹਿੰਦਾ ਵੀ ਮੇਰੇ ਕੋਲ ਟਾਈਮ ਹੈ ਨਹੀਂ ਵੀ ਮੈਂ ਕੱਲਾ ਨੁਕਤਾ ਜਿਹੜਾ ਵੀ ਉਹ ਵਿਚਾਰਦਾ ਫਿਰਾਂ, ਵੀ ਇਹ ਵੀ ਕਹਿੰਦਾ ਵੀ ਇਹ ਵੀ ਤੂੰ ਆਰਟੀਕਲ ਲਿਖ ਦੇ ਵੀ ਮੇਰੇ ਆਰਟੀਕਲ ਦੇ ਜਵਾਬ ਦੇ ਵਿੱਚ, ਤੇ ਉਹ ਜਿਹੜਾ ਹੈਗਾ ਆ ਸਿੱਖ ਬੁਲੇਟਿਨ ਦਾ ਐਡੀਟੋਰੀਅਲ ਬੋਰਡ ਭਈ ਉਹ ਬਹਿ ਕੇ ਤੇ ਅਖੇ ਵੀ ਸੋਚੂਗਾ, ਵਿਚਾਰ ਕਰੂਗਾ ਵੀ ਇਹ ਛਾਪਣੇ ਵਾਲਾ ਹੈਗਾ ਕਿ ਨਹੀਂ। ਤੇ ਹੁਣ ਮੈਂ ਚਲੋ ਫੇਰ ਵੀ ਅਖੇ ਵੀ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਸਤਿਕਾਰ ਵਜੋਂ ਵੀ ਮੈਂ ਲਿਖ ਦਿੱਤਾ, ਮੈਂ ਕਿਹਾ ਵੀ ਕੋਈ ਨਾ ਜੀ, ਭਈ ਅਖੇ ਵੀ ਗੱਲ ਸਿਰਫ ਇੰਨੀ ਆ ਭਈ ਜੇ ਤੇ ਤੁਸੀਂ ਲਿਖਿਆ ਹੁੰਦਾ ਨਾ ਭਈ ਸਿਰਫ ਇਸ ਨੁਕਤੇ ਦੇ ਉੱਤੇ ਭਈ ਇੱਦਾਂ ਜਿਹੜੀ ਮਾਰ ਕੁੱਟ ਆ ਤੇ ਜਿਹੜੀ ਵਾਇਲੈਂਸ ਆ ਭਈ ਤੁਸੀਂ ਉਹਦਾ ਵਿਰੋਧ ਕਰ ਰਹੇ ਆ ਜੀ, ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਬਿਲਕੁਲ। ਕਿਉਂਕਿ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਬੜੀਆਂ ਸੰਸਥਾਵਾਂ ਨੇ ਵੀ ਜਿਨ੍ਹਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਸੀਗੀ ਭਈ ਇਹ ਵੀ ਜਿਹੜਾ ਇਹ ਕਾਨੂੰਨ ਤੋੜਿਆ ਗਿਆ ਆ ਵੀ ਉਹਦਾ ਸਮਰਥਨ ਨਹੀਂ ਕਰਦੇ। ਬਿਲਕੁਲ। ਪਰ ਜਿਹੜਾ ਕਾਨੂੰਨ ਤੋੜਿਆ ਗਿਆ, ਉਹ ਜਿਨ੍ਹਾਂ ਨੇ ਤੋੜਿਆ ਆ ਉਹਨਾਂ ਨੂੰ ਇਸ ਹੱਦ ਤੱਕ ਕਿਉਂ ਪਹੁੰਚਣਾ ਪਿਆ, ਕਿਹਨੇ ਪਹੁੰਚਾਇਆ ਹੈ, ਬਿਲਕੁਲ ਉਹਦੇ ਤੱਕ ਵੀ ਜਿਹੜਾ ਵਿਚਾਰ ਕਰਨਾ ਉਹ ਜ਼ਰੂਰੀ ਆ, ਬਣਦਾ ਹੈ। ਬਿਲਕੁਲ। ਤੇ ਮੈਂ ਕਿਹਾ ਵੀ ਇਹਨੂੰ ਕਰਮਿੰਦਰ ਸਿੰਘ ਢਿੱਲੋਂ ਨੂੰ ਕਿਹਾ ਵੀ ਭਾਈ ਵੀ ਇਹ ਵੀ ਜਿਹੜੇ ਤੁਸੀਂ ਵਰਡ ਯੂਜ਼ ਕੀਤਾ ਆ ਨਾ ਜੀ, ਭਈ ਹਰਨੇਕ ਸਿੰਘ ਸਿੱਖ ਰਿਫਾਰਮਿਸਟ ਆ, ਭਈ ਉਹ ਬਿਲਕੁਲ ਗਲਤ ਆ। ਮੈਨੂੰ ਆ ਸੀਗੀ ਵੀ ਬੰਦਾ ਆਪਣੇ ਨਾਂ ਦੇ ਨਾਲ PhD ਬੋਸਟਨ ਲਿਖਦਾ ਆ। ਹੁਣ ਮਤਲਬ ਇੱਕ ਤੇ ਇਹ ਵੀ ਬੋਸਟਨ ਲਿਖਣੇ ਦਾ ਮਤਲਬ ਜਿਹੜਾ ਆ ਵੀ ਅਗਲੇ ਸਿੱਧਾ ਅਜ਼ਿਊਮ ਇਹ ਕਰ ਲੈਂਦੇ ਆ ਵੀ PhD ਬੋਸਟਨ ਦਾ ਮਤਲਬ ਆ ਵੀ ਇਹਨੇ MIT ਤੋਂ ਕੀਤੀ ਆ, ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਜਿਹੜਾ ਭਈ ਉੱਥੋਂ ਕੀਤੀ ਆ, ਵੀ ਜਿਹੜਾ ਇੱਕ ਤਰ੍ਹਾਂ ਨਾਲ ਕਹੋ ਵੀ ਦੁਨੀਆ ਦੇ ਟੌਪ ਜਿਹੜੇ ਇੰਸਟੀਚਿਊਟ ਆ ਵੀ ਉਹਨਾਂ 'ਚ ਮੰਨਿਆ ਜਾਂਦਾ। ਹੁਣ ਇੱਕ ਤੇ ਇਹ ਆ ਵੀ ਉਹ ਵੀ ਕਲੀਅਰ ਨਹੀਂ ਹੈਗਾ ਵੀ ਇਹ MIT ਤੋਂ ਪੜ੍ਹਿਆ ਕਿ ਕਿੱਥੋਂ ਪੜ੍ਹਿਆ ਤੇ ਕਿਹੜੀ PhD ਇਹਨੇ ਕਿਹੜੇ ਵਿਸ਼ੇ ਦੀ ਕੀਤੀ ਹੋਈ ਹੈ। ਪਰ ਚਲੋ ਮੰਨ ਲਓ ਵੀ ਕਿਸੇ ਅਨਰਿਲੇਟਡ ਵਿਸ਼ੇ ਦੀ ਵੀ ਕੀਤੀ ਹੋਵੇ। ਬਿਲਕੁਲ। PhD ਦਾ ਮਤਲਬ ਹੁੰਦਾ ਭਈ ਬੰਦੇ ਨੂੰ ਟ੍ਰੇਨਿੰਗ ਹੈ ਇਸ ਚੀਜ਼ ਦੀ ਵੀ ਜਦੋਂ ਉਹਨੇ ਕੋਈ ਵੀ ਵਿਸ਼ਾ ਵਿਚਾਰਨਾ ਹੈ, ਬਿਲਕੁਲ ਜੀ, ਉਹਨੇ ਜਿਹੜੇ ਵੀ ਸ਼ਬਦਾਵਲੀ ਵਰਤਣੀ ਆ ਉਹਨੇ ਬੜੀ ਐਨ ਮਾਪ ਤੋਲ ਕੇ ਤੇ ਐਨ ਕੱਲੇ ਸ਼ਬਦ ਜਿਹੜਾ ਆ ਵੀ ਉਹ ਉਸ ਹਿਸਾਬ ਨਾਲ ਵਰਤਣਾ ਭਈ ਇਹਨੂੰ ਮਿਸ ਇੰਟਰਪ੍ਰੈਟ ਨਾ ਕੀਤਾ ਜਾ ਸਕੇ, ਇਹਦਾ ਮਤਲਬ ਉਹ ਨਾ ਕੱਢਿਆ ਜਾ ਸਕੇ ਵੀ ਜਿਹੜਾ ਉਹ ਲਿਖਣੇ ਵਾਲੇ ਦਾ ਮਕਸਦ ਹੈ ਨਹੀਂ ਗਾ। ਮਤਲਬ ਕਹਿਣ ਦਾ ਭਾਵ ਹੈ ਜਿਹਨੇ PhD ਕੀਤੀ ਹੈ ਉਹ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਬਾਕੀ ਵਿਸ਼ਿਆਂ ਦੇ ਵਿੱਚ ਵੀ ਇਦਾਂ ਹੀ ਉਹ ਮੈਥਡੋਲੋਜੀ ਹੀ ਵਰਤੂਗਾ। ਬਿਲਕੁਲ। ਸੋ ਇਸ ਕਰਕੇ ਵੀ ਉਹ ਨਹੀਂ ਮੈਟਰ ਕਰਦਾ ਵੀ ਇਹਨੇ ਕਿਹੜੇ ਵਿਸ਼ੇ ਤੇ ਕੀਤੀ। ਸਾਡੀ ਆਸ ਇਹ ਸੀਗੀ ਵੀ ਕਿਉਂਕਿ ਇਹ ਆਪਣੇ ਨਾਂ ਦੇ ਨਾਲ PhD ਲਿਖਦਾ ਆ, ਸੋ ਇਸ ਕਰਕੇ ਵੀ ਜਦੋਂ ਇਹਨੂੰ ਪੁਆਇੰਟ ਆਊਟ ਕੀਤਾ ਵੀ ਭਰਾਵਾ ਵੀ ਜਿਹਨੂੰ ਤੂੰ ਸਿੱਖ ਰਿਫਾਰਮਿਸਟ ਕਹਿੰਦੇ ਆ ਉਹਦੀਆਂ ਕਰਤੂਤਾਂ ਜਿਹੜੀਆਂ ਆ ਵੀ ਉਹ ਤੇ ਰਿਫਾਰਮ ਦੇ ਨੇੜੇ ਤੇੜੇ ਵੀ ਹੈ ਨਹੀਂ। ਬਿਲਕੁਲ। ਉਹ ਤੇ ਮਤਲਬ ਕੱਲੇ ਵਿਸ਼ੇ ਦੇ ਉੱਤੇ ਵੀ ਇਹੋ ਜਿਹੀ ਬਕਵਾਸ ਕਰਦਾ ਆ ਵੀ ਉਹਨੂੰ ਸਿੱਖ ਕਹਿਣਾ ਜਿਹੜਾ ਆ ਉਹੋ ਹੀ ਆਪਣੇ ਆਪ ਦੇ ਵਿੱਚ ਗਲਤ ਆ, ਸਿੱਧੀ ਹੇਟ ਸਪੀਚ ਕਰ ਰਿਹਾ। ਹੁਣ ਹੇਟ ਸਪੀਚ ਵਾਲੇ ਨੂੰ ਤੁਸੀਂ ਕਹੋ ਵੀ ਉਹ ਰਿਫਾਰਮ ਕਰਨੇ ਦੀ ਕੋਸ਼ਿਸ਼ ਕਰ ਰਿਹਾ, ਭਈ ਲਾਹਨਤ ਆ। ਹੁਣ ਉੱਥੋਂ ਜਦੋਂ ਕਰਮਿੰਦਰ ਸਿੰਘ ਦੌੜ ਗਿਆ ਵੀ ਮਨਾ ਕਰ ਗਿਆ ਵੀ ਕਹਿੰਦਾ ਵੀ ਸੌਰੀ ਮੇਰੇ ਕੋਲੇ ਟਾਈਮ ਹੈ ਨਹੀਂ,
ਸੋ ਮੈਂ ਵੀ ਆਰਟੀਕਲ ਲਿਖਣ ਦਾ ਟਾਈਮ ਸੀ, ਆਰਟੀਕਲ ਵਾਵਾ ਵੱਡਾ ਲਿਖਿਆ ਸੀ, ਪਰ ਚਲੋ ਮੈਂ ਵੀ ਮੰਨ ਲਿਆ ਵੀ ਠੀਕ ਹੈ ਭਾਈ ਵੀ ਵੀ ਇਹ ਸਰਕਾਰ ਦੇ ਵਿੱਚ ਨੌਕਰ ਆ, ਵੀ ਸਰਕਾਰੀ ਨੌਕਰੀ ਚੋਂ ਟਾਈਮ ਕੱਢਣਾ ਕੋਈ ਸੌਖੀ ਗੱਲ ਨਹੀਂ। ਸੋ ਇਸ ਕਰਕੇ ਵੀ ਮੈਂ ਮੰਨ ਲਿਆ ਵੀ ਹਾਂ ਠੀਕ ਆ ਵੀ ਇਹਦੇ ਕੋਲ ਟਾਈਮ ਹੈ ਨਹੀਂ। ਉਹ ਤੋਂ ਬਾਅਦ ਵੀ ਉਧਰੋਂ ਜਿਹੜੇ ਸੀਗੇ, ਕਿਉਂਕਿ ਮੈਂ ਤੇ ਐਜ਼ ਏ ਸਿੱਖ ਜਿਹੜਾ ਵੀ ਇਹਨਾਂ ਕੰਟੈਕਟ ਕੀਤਾ ਆਪਣਾ ਜਿਹੜੇ ਪ੍ਰਭਦੀਪ ਸਿੰਘ ਆ ਤੇ ਬਖਸ਼ੀਸ਼ ਸਿੰਘ ਆ ਖਾਲਸਾ ਨਿਊਜ਼ ਵਾਲੇ ਤੇ ਸਿੰਘਨਾਥ ਰੇਡੀਓ ਵਾਲੇ, ਭਈ ਉਹਨਾਂ ਦਾ ਨਾਂ ਲੈ ਕੇ ਇਹਨੇ ਬਕਵਾਸ ਕੀਤੀ। ਉਹਨਾਂ ਨੇ ਫਿਰ ਪਰਸਨਲੀ ਇਹਨੂੰ ਕਿਹਾ ਵੀ ਭਾਈ ਵੀ ਤੂੰ ਸਾਡੇ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਆ ਵੀ ਆ ਰੇਡੀਓ ਦੇ ਉੱਤੇ ਭਈ ਆਪਾਂ ਔਨ 에ਅਰ ਲਾਈਵ ਜਿਹੜੀ ਆ ਵੀ ਉਹ ਵਿਚਾਰ ਕਰ ਲਈਏ। ਉੱਥੇ ਵੀ ਐਗਜ਼ੈਕਟਲੀ ਉਹੀ ਸ਼ਬਦਾਵਲੀ, ਮੇਰੇ ਕੋਲ ਟਾਈਮ ਹੈ ਨਹੀਂ, ਉਹ ਮਤਲਬ ਟਾਈਮ ਵੀ ਹੈ ਨਹੀਂ। ਫਿਰ ਕਹਿੰਦਾ ਸੀਗਾ ਕਿ ਤੁਹਾਡੀਆਂ ਈਮੇਲਾਂ ਸਪੈਮ 'ਚ ਜਾਣਗੀਆਂ, ਯਾਨੀ ਕਿ ਆਹੋ ਉਹ ਚਲੋ ਉਹ ਖੈਰ ਉਹਨੇ ਮਤਲਬ ਵੀ ਇਦਾਂ ਨਾ ਵੀ ਜਿੱਦਾਂ ਉਹ ਹੀ ਕਹਿ ਲਓ ਭਈ ਅਨਪੜ੍ਹਾਂ ਵਾਲੀਆਂ ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ, ਭਈ ਉੱਥੋਂ ਵੀ ਜਿਹੜਾ ਕੁਐਸਚਨ ਮਾਰਕ ਆ ਵੀ ਉਹ ਇਹਦੀ ਵਿਦਵਤਾ ਦੇ ਉੱਤੇ ਵੀ ਲੱਗ ਗਿਆ। ਪਰ ਚਲੋ ਉਹਨਾਂ ਨੇ ਆਪਣਾ ਪ੍ਰੋਗਰਾਮ ਕਰ ਲਿਆ, ਬਖਸ਼ੀਸ਼ ਸਿੰਘ ਹੁਣਾਂ ਨੇ ਤੇ ਪ੍ਰਭਦੀਪ ਸਿੰਘ ਹੁਣਾਂ ਨੇ, ਤੇ ਬੜੀ ਵਧੀਆ ਤਰੀਕੇ ਦੇ ਨਾਲ ਵੀ ਇਹਦੀਆਂ ਗੱਲਾਂ ਜਿਹੜੀਆਂ ਬੇਤੁਕੀਆਂ ਬੇਸਿਰ ਪੈਰ ਦੀਆਂ ਸੀਗੀਆਂ ਉਹਦਾ ਜਵਾਬ ਵੀ ਦੇ ਦਿੱਤਾ। ਉਹ ਤੋਂ ਬਾਅਦ ਭਲਵਾਨ ਕਰਮਿੰਦਰ ਸਿੰਘ ਢਿੱਲੋਂ ਪਈ ਅਖੇ ਵੀ ਜਿਹਦੇ ਕੋਲੇ ਟਾਈਮ ਹੈ ਨਹੀਂ ਈਮੇਲ ਦੇ ਵਿੱਚ ਗੱਲ ਕਰਨੇ ਦਾ, ਵੀ ਜਿਹਦੇ ਵਿੱਚ ਇਹ ਹੁੰਦਾ ਆ ਮੌਕਾ ਵੀ ਜਦੋਂ ਤੁਹਾਡੇ ਕੋਲੇ ਟਾਈਮ ਹੋਵੇ ਤੁਸੀਂ ਉਸ ਵੇਲੇ ਜਿਹੜਾ ਆ ਵੀ ਉਹ ਜਵਾਬ ਲਿਖ ਸਕਦੇ ਆ। ਉਸ ਤੋਂ ਫਿਰ ਇਹਦੇ ਕੋਲੇ ਇਹ ਟਾਈਮ ਹੈ ਨਹੀਂ ਸੀਗਾ ਵੀ ਜਦੋਂ ਪ੍ਰੋਗਰਾਮ ਚੱਲ ਰਿਹਾ ਰੇਡੀਓ ਦਾ ਵੀ ਉਹਦੇ ਉੱਤੇ 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਵੀ ਟਾਈਮ ਹੈਗਾ ਵੀ ਆਪਣਾ ਪੱਖ ਜਿਹੜਾ ਵੀ ਉੱਥੇ ਵਿਚਾਰ ਲਵੇ। ਭਲਵਾਨ ਦੇ ਕੋਲੇ ਇੰਨਾ ਟਾਈਮ ਹੈਗਾ ਸੀ ਵੀ 2 ਘੰਟੇ ਦਾ ਪ੍ਰੋਗਰਾਮ ਬਾਅਦ ਵਿੱਚੋਂ ਸੁਣਿਆ ਇਹਨੇ, ਉਹਦੇ ਵਿੱਚੋਂ ਫਿਰ ਗਿਣਤੀ ਕੀਤੀ ਆ ਵੀ ਪ੍ਰਭਦੀਪ ਸਿੰਘ ਨੇ ਕਿਹੜੀ ਗੱਲ ਕਿੰਨੀ ਵਾਰੀ ਕਹੀ ਆ, ਔਰ ਉਹ ਤੋਂ ਬਾਅਦ ਫਿਰ ਆਪਣੀ ਜਿਹੜੀ ਆ ਪਤਾ ਨਹੀਂ ਕਿੰਨੇ ਘੰਟੇ ਵਾਲੀ ਵੀਡੀਓ ਜਿਹੜੀ ਉਹ ਬਣਾ ਕੇ ਪਾਈ ਆ। ਫਿਰ ਮਤਲਬ ਭਰਾਵਾ ਵੀ ਤੈਨੂੰ ਅਸੀਂ ਬੇਈਮਾਨ ਨਾ ਕਹੀਏ ਤੇ ਹੋਰ ਕੀ ਕਹੀਏ, ਹਲੇ ਅਪਗ੍ਰੇਡ ਵਿਚਾਰ ਕਰੋ ਤਾਂ ਭਜਦੇ ਕਾਤੇ ਭਈ ਇਹ ਸਾਰੇ ਬੇਈਮਾਨ ਇਕੱਠੇ ਹੋਏ। ਇਹਦਾ ਮਤਲਬ ਇੱਕੋ ਤਰੀਕਾ ਜਿਹੜਾ ਇੱਕੋ ਸੋਚ ਇੱਕੋ ਕਿਰਦਾਰ ਦੇ ਮਾਲਕ ਨੇ ਇਹ, ਭਈ ਜਿਹੜਾ ਝੂਠ ਫਰੇਬ ਤੇ ਬੇਈਮਾਨੀ ਦੇ ਉੱਤੇ ਆਧਾਰਿਤ ਆ। ਸਹੀ ਗੱਲ, ਹਰੇਕ ਪੱਖ ਜਿਹੜਾ ਹਰੇਕ ਦਲੀਲ ਜਿਹੜੀ ਆ ਉਹ ਇਹਨਾਂ ਦੀ ਝੂਠ ਤੇ ਬੇਈਮਾਨੀ ਦੇ ਉੱਤੇ ਆਧਾਰਿਤ ਆ, ਕਮੀਣੀਆਂ ਨਾ ਭਰੀਆਂ ਔਰ ਤਾਂ ਹੀ ਦੌੜਦੇ ਆ ਜੀ। ਬਿਲਕੁਲ, ਔਰ ਉਹ ਜਿਹੜਾ ਹੈਗਾ ਵੀ ਉਹ ਕਹਿ ਲਓ ਵੀ ਉਹ ਕੰਮ ਵੀ ਇਹ ਵੀ ਆਪਣੀ ਗਲੀ ਦੇ ਵਿੱਚ ਕੁੱਤਾ ਸ਼ੇਰ ਆ, ਬਸ ਇਹ ਉਹ ਸ਼ੇਰ ਨੇ। ਨਹੀਂ, ਇਹਨਾਂ ਕੋਲ ਇੱਕ ਹੋਰ ਵੀ PhD ਵਿਦਵਾਨ ਹੈਗਾ ਆਨੰਦਪੁਰੀ, ਛੋਲੇ ਦੇਖੇ PhD ਕੀਤੀ ਉਹਨੇ, ਹੁਣ ਇਹਦਾ ਪਤਾ ਨਹੀਂ ਉਹਨੇ। ਔਰ ਮਤਲਬ ਫਿਰ ਜਿਹੜੀ ਹੋਰ ਗੱਲ ਤੁਸੀਂ ਸੁਣੋ ਵੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਬਾਰੇ ਐਸੀ ਘਟੀਆ ਸ਼ਬਦਾਵਲੀ ਵਰਤੀ ਭਈ ਜਿਹੜੀ ਕੋਈ ਵੀ ਐਬਸੋਲੂਟਲੀ ਮੇਕਸ ਨੋ ਸੈਂਸ। ਭਈ ਕਿਉਂ ਉਹਦੇ ਨਾਲ ਵੀ ਇਸ ਹਿਸਾਬ ਨਾਲ ਦੀ ਸ਼ਬਦਾਵਲੀ ਵਰਤ ਰਿਹਾ ਬੰਦਾ, ਭਈ ਜੇ ਵਿਚਾਰਕ ਮਤਭੇਦ ਨੇ, ਵੀ ਜਦੋਂ ਤੂੰ ਆਪ ਕਹਿ ਰਿਹਾ ਆ ਵੀ ਇਹ ਵੀ ਵਿਚਾਰਕ ਮਤਭੇਦ ਜਿਹੜੇ ਆ ਵੀ ਉਹ ਭਈ ਏਦਾਂ ਜਿਹੜੇ ਆ ਵੀ ਨਹੀਂ ਹੱਲ ਕਰਨੇ ਚਾਹੀਦੇ ਵਾਇਲੈਂਸ ਰਾਹੀਂ, ਫਿਰ ਤੂੰ ਆਪ ਜਿਹੜੀ ਸ਼ਬਦੀ ਵਾਇਲੈਂਸ ਕਰ ਰਿਹਾ, ਫਿਰ ਤੂੰ ਆਪ ਜਿਹੜਾ ਵਿਚਾਰ ਤੋਂ ਦੌੜ ਰਿਹਾ ਆ। ਇਹ ਸਾਰੇ ਅਪਗ੍ਰੇਡਾਂ ਦਾ ਜ਼ੋਰ ਭਾਜੀ ਫਿਜ਼ੀਕਲ ਵਾਇਲੈਂਸ ਤੇ ਲੱਗਾ ਆ। ਜਿਹੜੀ ਵਰਬਲ ਵਾਇਲੈਂਸ ਹੈ ਉਹਦੇ ਤੇ ਕਿਉਂ ਨਹੀਂ ਗੱਲ ਕਰਦੇ ਲੋਕ? ਕਿਉਂਕਿ ਉਹਨਾਂ ਦਾ ਆਪਣਾ ਹਥਿਆਰ ਆ ਨਾ। ਮਤਲਬ ਗੱਲ ਤਾਂ ਹੋਈ ਹੈ ਨਾ ਭਾਈ ਕਿ ਆਪਣਾ ਹਥਿਆਰ ਉਹ ਹੈਗਾ ਆ, ਤੇ ਇਸੇ ਕਰਕੇ ਉਹਦੇ ਤੇ ਗੱਲ ਨਾ ਕਰੋ। ਜਦੋਂ ਇਹਨਾਂ ਨੂੰ ਕੋਈ ਗੱਲ ਨਹੀਂ ਆਉਂਦੀ, ਇਹ ਤਾਂ ਗੱਲ ਕਿਸੇ ਤੋਂ ਲੁਕੀ ਨਹੀਂ। ਹੁਣ ਜੱਗ ਜਹਾ ਰਿਹਾ ਜਦੋਂ ਅਪਗ੍ਰੇਡਾਂ ਨੂੰ, ਹੁਣ ਹਰਨੇਕ ਨੂੰ ਰੇਡੀਓ ਦੇ ਉੱਤੇ ਜਾਂ ਜਿੰਨੇ ਵੀ ਜਿਹੜੇ ਨਾਲ ਦੇ ਬੋਲਦੇ ਆ ਰੇਡੀਓ ਤੇ, ਕੋਈ ਫੋਨ ਕਰਕੇ ਜੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦਾ ਆ, ਅਗਲੇ ਨੇ ਹਿੰਮਤ ਕਰਕੇ ਫੋਨ ਕੀਤਾ ਆ। ਉਹਨਾਂ ਨੂੰ ਪਤਾ ਵੀ ਹੈ ਕਿ ਤੁਸੀਂ ਉਹਦੀ ਬੇਇੱਜ਼ਤੀ ਕਰਨੀ ਹੈ। ਖਾਸ ਕਰ ਜੇ ਆਪਾਂ ਹਰਦੇਵ ਸਿੰਘ ਜੰਮੂ ਉਹਨਾਂ ਦੀ ਵੀ ਗੱਲ ਕਰੀਏ, ਉਹਨਾਂ ਨੇ ਕਿੰਨੀ ਵਾਰ ਇਹਨਾਂ ਨੂੰ ਫੋਨ ਕਰਕੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿੰਨੀ ਵਾਰ ਈਮੇਲਾਂ ਲਿਖੀਆਂ ਹੈਗੀਆਂ ਕਿ ਆਓ ਬਹਿ ਕੇ ਵਿਚਾਰ ਤਾਂ ਕਰੀਏ। ਤੇ ਉੱਥੇ ਫਿਰ ਤੁਹਾਡੇ ਕੋਲ ਤੁਸੀਂ ਇਹ ਵਰਬਲ ਵਾਇਲੈਂਸ ਕਰਦੇ ਆ, ਅਗਲੇ ਨੂੰ ਗਾਲਾਂ ਕੱਢਦੇ ਆ, ਅਗਲੇ ਦੀ ਬੇਇੱਜ਼ਤ ਕਰਦੇ ਆ, ਅਗਲੇ ਨੂੰ ਨੀਵਾਂ ਦਿਖਾਉਣ ਤੱਕ ਜਾਂਦੇ ਆ। ਮਤਲਬ ਘਟੀਆ ਤੋਂ ਘਟੀਆ ਸ਼ਬਦਾਵਲੀ, ਜਿੱਦਾਂ ਤੁਸੀਂ ਆਲਰੇਡੀ ਮੈਂਸ਼ਨ ਕਰ ਚੁੱਕੇ ਆ ਕਿ ਬੀਬੀਆਂ ਪ੍ਰਤੀ ਤੇ ਬਾਕੀ ਪ੍ਰਚਾਰਕਾਂ ਪ੍ਰਤੀ, ਈਵਨ ਗੁਰੂ ਸਾਹਿਬਾਨ ਪ੍ਰਤੀ ਵੀ, ਤੇ ਕਿੱਦਾਂ ਦੀ ਇਹਨਾਂ ਨੇ ਸ਼ਬਦਾਵਲੀ ਵਰਤੀ ਹੈ। ਤੇ ਉਹਦੇ ਤੇ ਕਿਉਂ ਨਹੀਂ ਖੁੱਲ ਕੇ ਵਿਚਾਰ ਕਰਦੇ ਹੈਗੇ ਕਿ ਆਓ ਬੈਠੋ ਗੱਲ ਤਾਂ ਕਰੀਏ। ਬਿਲਕੁਲ ਇੱਕ ਸਿੰਪਲ ਜਿਹਾ ਸਵਾਲ ਆ ਕਰਮਿੰਦਰ ਸਿੰਘ ਢਿੱਲੋਂ ਨੂੰ, ਵੀ ਭਰਾਵਾ ਵੀ ਤੂੰ ਇਹ ਦੱਸ ਦੇ ਭਈ ਕਿਹੜੀ ਐਸੀ ਸਟੇਟਮੈਂਟ ਆ ਹਰਨੇਕ ਦੀ ਜਾਂ ਢੱਡਰੀਆਂ ਵਾਲੇ ਦੀ ਵੀ ਜਿਹਦੇ ਬੇਸ ਦੇ ਉੱਤੇ ਵੀ ਤੂੰ ਇਹਨਾਂ ਨੂੰ ਰਿਫਾਰਮਿਸਟ ਕਹਿ ਰਿਹਾ। ਬਿਲਕੁਲ, ਤੇ ਅਸੀਂ ਤੈਨੂੰ 50 ਇਹੋ ਜਿਹੀਆਂ ਸਟੇਟਮੈਂਟਾਂ ਰੱਖ ਦਿੰਨੇ ਆ ਵੀ ਜਿਹੜੀਆਂ ਸਾਫ਼-ਸਾਫ਼ ਕਰਦੀਆਂ ਆ ਭਈ ਨਾ ਇਹ ਸਿੱਖ ਇਤਿਹਾਸ ਦੀ ਰਿਸਪੈਕਟ ਕਰਦੇ ਆ, ਨਾ ਸਿੱਖ ਫਲਸਫੇ ਦੀ ਰਿਸਪੈਕਟ ਕਰਦੇ ਆ, ਨਾ ਜਿਹੜੀਆਂ ਸਾਡੀਆਂ ਇਤਿਹਾਸਕ ਸ਼ਖਸੀਅਤਾਂ ਨੇ, ਗੁਰੂ ਪਾਤਸ਼ਾਹੀਆਂ ਨੇ, ਨਾ ਉਹਨਾਂ ਦੀ ਰਿਸਪੈਕਟ ਕਰਦੇ ਆ, ਬਲਕਿ ਆਪ ਜਾਣ ਬੁੱਝ ਕੇ ਉਹਨਾਂ ਦਾ ਨਿਰਾਦਰ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਦੇ ਆ। ਸੋ ਇਹਨਾਂ ਨੂੰ ਤੇ ਸਿੱਖ ਵੀ ਨਹੀਂ ਕਿਹਾ ਜਾ ਸਕਦਾ, ਤੂੰ ਇਹਨਾਂ ਨੂੰ ਸਿੱਖ ਰਿਫਾਰਮਿਸਟ ਕਹਿ ਰਿਹਾ। ਭਈ ਕਮ ਸੇ ਕਮ ਵੀ ਥੋੜੀ ਜਿਹੀ ਇਮਾਨਦਾਰੀ ਵਰਤੋ। ਭਈ ਜੇ ਅਜੇ ਵੀ ਤੈਨੂੰ ਕੋਈ ਗੱਲ ਕਰਨੇ ਲਈ ਹੈਗੀ ਆ ਤੇ ਭਰਾਵਾ ਵੀ ਜ਼ਰੂਰ ਟਾਈਮ ਬਣਾ, ਤੇ ਭਾਵੇਂ ਈਮੇਲ ਰਾਹੀਂ, ਭਾਵੇਂ ਰੇਡੀਓ ਦੇ ਉੱਤੇ ਲਾਈਵ, ਭਾਵੇਂ ਕੋਈ ਹੋਰ ਤਰੀਕਾ, ਜ਼ੂਮ ਦੇ ਉੱਤੇ ਰਿਕਾਰਡਿੰਗ ਕਰ ਲੈਂਦੇ ਆ, ਪਰ ਆਮਣੇ ਸਾਹਮਣੇ ਹੋ ਕੇ ਗੱਲ ਕਰ। ਮੈਂ ਇਹਨੂੰ ਇਹ ਵੀ ਲਿਖਿਆ ਸੀ, ਮੈਂ ਕਿਹਾ ਭਈ ਜੇ ਮੈਂ ਮਤਲਬ ਭਈ ਇਹਨੇ ਜਦੋਂ ਨਾ ਕਰ ਦਿੱਤੀ ਨਾ, ਮੈਂ ਫੇਰ ਵੀ ਇੱਕ ਈਮੇਲ ਪਾਈ, ਮੈਂ ਕਿਹਾ ਭਈ
ਮੈਂ ਮੰਨਦਾ ਵੀ ਤੁਸੀਂ ਕਹਿ ਦਿੱਤਾ ਵੀ ਇਹ ਵੀ ਮੇਰੇ ਕੋਲ ਟਾਈਮ ਹੈ ਨਹੀਂਗਾ, ਪਰ ਮੈਨੂੰ ਚਿੰਤਾ ਇਸ ਗੱਲ ਦੀ ਆ ਵੀ ਜਿਹੜਾ ਤੁਹਾਡਾ ਲੇਖ ਆ ਐਡੀਟੋਰੀਅਲ ਆ ਵੀ ਉਹਨੇ ਕੌਮ ਦੇ ਵਿੱਚ ਭਰਾ ਮਾਰੂ ਜੰਗ ਜਿਹੜੀ ਆ ਵੀ ਉਹ ਛੇੜ ਦੇਣੀ ਆ, ਕਿਉਂਕਿ ਜਿਹੜੇ ਕੁੱਤੇ ਬਿੱਲੇ ਭੌਂਕਦੇ ਆ ਉਹਨਾਂ ਨੂੰ ਤੇ ਇਗਨੋਰ ਕੀਤਾ ਜਾ ਸਕਦਾ ਹੁੰਦਾ ਹੈ, ਉਹਨਾਂ ਦੀ ਕੋਈ ਬਸਾਤ ਨਹੀਂ, ਭਾਵੇਂ ਉਹ ਸਤਨਾਮ ਮੌਂਟਰੀਅਲ ਵਾਲਾ ਆ, ਭਾਵੇਂ ਉਹ ਜਰਮਨੀ ਵਾਲਾ ਦਵਿੰਦਰਜੀਤ ਆ, ਭਾਵੇਂ ਜਿਹੜੇ ਵੀ ਆ, ਭਈ ਉਹਨਾਂ ਤੋਂ ਤੁਸੀਂ ਚੁੱਪ ਕਰਕੇ ਇਗਨੋਰ ਕਰ ਦਿੰਦੇ ਆ ਵੀ ਠੀਕ ਆ ਵੀ ਜਿੱਦਾਂ ਦੀ ਇਹਨਾਂ ਦੀ ਅਕਲ ਆ ਵੀ ਉਦਾਂ ਦੀ ਗੱਲ ਕਰੀ ਜਾਂਦੇ ਵੀ ਕੋਈ ਪਰਵਾਹ ਨਹੀਂ। ਪਰ ਜਦੋਂ ਇੱਕ ਬੰਦਾ ਆਪਣੇ ਨਾਂ ਦੇ ਨਾਲ ਲਿਖਦਾ ਹੋਵੇ ਵੀ PhD ਬੋਸਟਨ, ਉਤੋਂ ਨਾਲ ਲਿਖਦਾ ਹੋਵੇ ਵੀ ਉਹ ਜੀ ਪਤਾ ਨਹੀਂ ਕਿਹੜਾ ਡਾਇਰੈਕਟਰ ਜਾਂ ਕੀ ਹੈਗਾ ਆ ਮਲੇਸ਼ੀਅਨ ਗਵਰਨਮੈਂਟ ਦੇ ਵਿੱਚ, ਤੇ ਜਦੋਂ ਉਹ ਅੰਗਰੇਜ਼ੀ ਦੇ ਵਿੱਚ ਲਿਖਦਾ ਆ ਐਡੀਟੋਰੀਅਲ, ਉਹ ਐਡੀਟੋਰੀਅਲ ਜਦੋਂ ਸਰਕੂਲੇਟ ਹੋਣਾ ਆ ਤੇ ਫਿਰ ਪੰਗਾ ਤੇ ਸਾਨੂੰ ਪੈਣਾ ਨਾ ਨਿਊਜ਼ੀਲੈਂਡ ਦੇ ਵਿੱਚ, ਜਦੋਂ ਸਾਨੂੰ ਸਰਕਾਰ ਨੂੰ ਤੇ ਹੋਰ ਜਿਹੜੇ ਇੱਥੇ ਅਫਸਰ ਆ ਜਿਨ੍ਹਾਂ ਨੂੰ ਅਸੀਂ ਕਹਿ ਲਓ ਵੀ 5-7 ਸਾਲ ਤੋਂ ਲੱਗੇ ਹੋਏ ਆ ਐਜੂਕੇਟ ਕਰਨੇ ਨੂੰ ਵੀ ਭਾਈ ਵੀ ਆਹ ਸਿਚੁਏਸ਼ਨ ਇਦਾਂ ਬਣ ਰਹੀ ਆ, ਇਦਾਂ ਕਰ ਰਹੀ ਆ, ਤੇ ਇੱਕ ਮਲੇਸ਼ੀਆ ਦੇ ਵਿੱਚ ਬੈਠਾ ਗਲਤ ਜਾਣਕਾਰੀ ਦੇ ਉੱਤੇ ਬੇਈਮਾਨ ਤੇ ਝੂਠ ਤੇ ਫਰੇਬੀ ਦੀ ਜਿਹੜੀ ਲੈਂਗੁਏਜ ਆ ਉਹ ਵਰਤ ਕੇ ਤੇ ਸਾਰੇ ਕੀਤੇ ਕਰਾਏ ਦੇ ਉੱਤੇ ਪਾਣੀ ਫੇਰੀ ਜਾਂਦਾ ਹੈ, ਤੇ ਫਿਰ ਸਾਨੂੰ ਤੇ ਤਕਲੀਫ ਹੋਣੀ ਹੈ। ਬਿਲਕੁਲ ਹੋਣੀ ਹੈ, ਨਾਲੇ ਉਹ ਤੋਂ ਫਿਰ ਸ਼ੱਕ ਵੀ ਪੈਂਦਾ ਨਾ ਕਿ ਇਹ ਬੰਦੇ ਕਿਹੜੀ ਖੇਡ ਦਾ ਹਿੱਸਾ। ਬਿਲਕੁਲ, ਜੇ ਇਹ ਬੰਦਾ ਜੇ ਆਪਾਂ ਕਰਮਿੰਦਰ ਸਿੰਘ ਢਿੱਲੋਂ ਹੋਣਾ ਦੀ ਗੱਲ ਕਰੀਏ, ਜੇ ਇਹ ਬੰਦਾ ਇਮਾਨਦਾਰ ਸੀਗਾ, ਮਤਲਬ ਕਿ ਇਹਨੂੰ ਕਿਸੇ ਨੇ ਫਰਸਟ ਅਪਰੋਚ ਕੀਤੀ ਕਿ ਭਾਈ ਇਦਾਂ ਦਾ ਧੱਕਾ ਹੋਇਆ ਆ, ਇੱਕ ਬੰਦੇ ਨੂੰ ਇਹਨਾਂ ਨੇ ਮਤਲਬ ਵਾਇਲੈਂਸ ਕੀਤਾ ਹੈ ਤੇ ਇਹਨੇ ਮਾੜੀ ਮੋਟੀ ਰਿਸਰਚ ਕਰਕੇ ਕਰ ਦਿੱਤਾ। ਪਹਿਲੀ ਗੱਲ ਤਾਂ ਉੱਥੇ ਵੀ ਇਹ ਗਲਤ ਸੀਗਾ, ਇਹਨੂੰ ਦੋਨੇ ਪਾਸੇ ਵਿਚਾਰਨੇ ਚਾਹੀਦੇ ਸੀਗੇ। ਪਰ ਜਦੋਂ ਸਾਡੇ ਨੂੰ ਅਪਰੋਚ ਹੋਈ ਆ, ਬਿਲਕੁਲ ਜਦੋਂ ਇਹਨੂੰ ਅਪਰੋਚ ਵੀ ਹੋ ਗਈ ਹੈ ਭਾਈ ਆਹ ਦੂਜਾ ਪਾਸਾ ਤੈਨੂੰ ਦੱਸੀਏ, ਦੂਜਾ ਪੱਖ ਕੀ ਹੈਗਾ ਆ, ਉਤੋਂ ਭੱਜ ਰਿਹਾ, ਫਿਰ ਤਾਂ ਇੱਕ ਮਤਲਬ ਕਲੀਅਰ ਮੈਸੇਜ ਆ ਕਿ ਇਹ ਬੰਦਾ ਬੇਈਮਾਨ ਹੈਗਾ। ਕਿਉਂਕਿ ਨਾਲ ਤੁਸੀਂ ਇਹ ਵੀ ਵੇਖੋ ਭਈ ਇਹਨੂੰ ਕੀ ਤਕਲੀਫ ਹੋਈ ਜਾਂ ਕੀ ਐਸਾ ਮੌਕਾ ਬਣਿਆ ਵੀ ਜਿਹਦੇ ਉੱਤੇ ਇਹਨੇ ਕਿਹਾ ਵੀ ਮੈਂ ਐਡੀਟੋਰੀਅਲ ਲਿਖਣਾ। ਬਿਲਕੁਲ ਜੀ, ਭਈ ਇਸ ਪੁਆਇੰਟ ਦੇ ਉੱਤੇ ਅਜੇ ਤੱਕ ਹਰਨੇਕ ਵੱਲੋਂ ਢੱਡਰੀਆਂ ਵਾਲੇ ਵੱਲੋਂ ਜਿੰਨੀਆਂ ਵੀ ਕੰਟਰੋਵਰਸੀ ਕ੍ਰੀਏਟ ਕੀਤੀਆਂ ਗਈਆਂ, ਕਿਸੇ ਬਾਰੇ ਇਹਦਾ ਕਮੈਂਟ ਸੀਗਾ ਅਜੇ ਤੱਕ? ਕਦੇ ਵੀ ਨਹੀਂ। ਫਿਰ ਹੁਣ ਇਸ ਮੌਕੇ ਤੇ ਆ ਕੇ ਉੱਤੇ ਜਦੋਂ ਕਮੈਂਟ ਕਰਦਾ ਆ ਔਰ ਜਿਹੜਾ ਬਿਲਕੁਲ ਹੀ ਤੱਥਾਂ ਤੋਂ ਪਰੇ ਹੋ ਕੇ ਕਰਦਾ, ਝੂਠ ਤੇ ਫਰੇਬ ਦੇ ਉੱਤੇ ਆਧਾਰਿਤ ਕਰਦਾ ਆ, ਉਹ ਫਿਰ ਕੀ ਸਾਬਤ ਕਰਦਾ ਵੀ ਇਹ ਬੰਦਾ ਕੌਣ ਆ ਤੇ ਕਿੱਥੋਂ ਇਹਦੀ ਤਾਰਾਂ ਖਿੱਚੀਆਂ ਜਾ ਰਹੀਆਂ। ਬਿਲਕੁਲ ਨਹੀਂ, ਸਹੀ ਗੱਲ ਹੈ ਭਾਈ, ਉਹ ਸਮਝਣਾ ਪੈਣਾ ਸਾਰਾ ਕੁਝ। ਤਾਂ ਭਾਈ ਕੌਮ ਨੂੰ ਬਹੁਤ ਮੁਸਤੈਦ ਹੋ ਕੇ ਤੇ ਆਲੇ ਦੁਆਲੇ ਝਾਤ ਮਾਰ ਕੇ ਤੇ ਬੰਦੇ ਜਿਹੜੇ ਆ ਇਹੋ ਜਿਹੇ ਪਛਾਣਨੇ ਪੈਣੇ ਆ, ਜਿਹੜੀ ਗੱਲ ਆ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਕਹੀ ਗਈ ਆ ਭਈ ਕਿੱਦਾਂ ਉਹ ਕੁਲਦੀਪ ਸਮਰਾ ਤੇ ਉਹ ਜਿਹੜਾ ਆਲੂ ਵਾਲੀਆ ਆ ਤੇ ਹੋਰ ਸਾਰੇ ਜਿਹੜੇ ਆ ਵੀ ਇਹ ਬੰਦੇ ਕਿਸ ਹਿਸਾਬ ਨਾਲ ਪਲਾਂਟ ਕਰਕੇ ਤੇ ਕਿੱਦਾਂ ਇਹਨਾਂ ਤੋਂ ਕੌਮ ਦੀ ਇਮੇਜ ਖਰਾਬ ਕਰਵਾਈ ਗਈ ਆ। ਬਿਲਕੁਲ ਜੀ, ਉਹੀ ਕੰਮ ਜਿਹੜਾ ਆ, ਉਹੀ ਪਲੇ ਬੁੱਕ ਜਿਹੜੀ ਆ ਵੀ ਉਹ ਕਰਮਿੰਦਰ ਸਿੰਘ ਢਿੱਲੋਂ ਤੇ ਇਹ ਢੱਡਰੀਆਂ ਵਾਲਾ ਤੇ ਇਹ ਦੂਸਰੇ ਖੱਪ ਗ੍ਰੇਡ, ਇਹ ਸਾਰੇ ਉਹੀ ਪਲੇ ਬੁੱਕ ਦਾ ਹਿੱਸਾ ਨੇ। ਬਿਲਕੁਲ, ਤੇ ਭਾਵੇਂ ਹੁਣ 31 ਸਾਲ ਹੋ ਗਏ ਬਲਕਿ 40 ਸਾਲ ਹੋ ਗਏ ਉਸ ਚੀਜ਼ ਨੂੰ ਜਿਹੜਾ ਕੈਨੇਡਾ ਦੇ ਵਿੱਚ ਕੀਤਾ ਗਿਆ। ਨਹੀਂ, ਇਹਨਾਂ ਨੇ ਕਰਮਿੰਦਰ ਢਿੱਲੋਂ ਨੇ ਆਪਣੀ ਜਿਹੜਾ ਆਰਟੀਕਲ ਦੇ ਸਟਾਰਟਿੰਗ ਦੇ ਵਿੱਚ ਹੀ ਇਹ ਲਿਖ ਦਿੱਤਾ ਸੀਗਾ ਕਿ ਦੋ ਧਰਮ ਇਹੋ ਜਿਹੇ ਹੈਗੇ ਆ ਜਿਹੜੇ ਵਾਇਲੈਂਸ ਨੂੰ ਸ਼ਾਇਦ ਕੁਝ ਮਤਲਬ ਵਾਇਲੈਂਸ ਨੂੰ ਭਈ ਇਹ ਧਰਮ ਵੱਲੋਂ ਸੈਂਕਸ਼ਨ ਕੀਤਾ ਮੰਨਦੇ ਆ। ਤੇ ਉਹ ਚਲੋ ਉਹਨਾਂ ਨੇ ਇੱਕ ਤਾਂ ਦੱਸਤਾ ਸਿੱਖ ਜਿੱਦਾਂ ਮਤਲਬ ਉਹਦੇ ਵਿੱਚ ਵੀ ਪੂਰੀ ਚਾਲ ਹੈ ਇਹਨਾਂ ਦੀ ਸਾਜ਼ਿਸ਼ ਹੈ ਕਿ ਸਿੱਖ ਧਰਮ ਨੂੰ ਕਿੱਦਾਂ ਬਦਨਾਮ ਕਰਨਾ ਆ। ਤੇ ਇੱਕ ਦੂਜਾ ਸਵਾਲ ਇਹ ਬਣਦਾ ਕਿ ਢਿੱਲੋਂ ਸਾਹਿਬ ਇਹ ਵੀ ਦੂਜਾ ਧਰਮ ਕਿਹੜਾ ਆ। ਬਿਲਕੁਲ, ਦੂਜਾ ਧਰਮ ਬਾਰੇ ਵੀ ਜਿਹੜਾ ਕਿਹੜੇ ਧਰਮ ਨੂੰ ਕਹਿ ਰਹੇ ਆ, ਮੁਸਲਮਾਨਾਂ ਨੂੰ ਕਹਿ ਰਹੇ ਆ। ਹੁਣ ਮੁਸਲਮਾਨ ਮੁਲਕ ਦੀ ਮੁਸਲਮਾਨ ਸਰਕਾਰ ਦੇ ਵਿੱਚ ਇਹ ਬੰਦਾ ਨੌਕਰੀ ਕਰ ਰਿਹਾ ਤੇ ਉੱਥੇ ਵੀ ਬੇਈਮਾਨੀ ਇਹ ਕਰ ਰਿਹਾ ਭਈ ਕਿਉਂਕਿ ਮੈਂ ਦੂਸਰਾ ਸੋਚਦਾ ਪਿਆ ਸੀਗਾ ਵੀ ਜਿਹੜੀ ਇਹਦੀ ਗੱਲ ਆ ਸਾਰੀ ਇਹ ਭਈ ਦੋ ਧਰਮ ਨੇ, ਭਈ ਜਿਹੜੇ ਇਹ ਕਹਿੰਦਾ ਵੀ ਧਰਮ ਦੇ ਨਾਂ ਦੇ ਉੱਤੇ ਵੀ ਜਿਹੜਾ ਕੋਈ ਉਹਨਾਂ ਨਾਲ ਡਿਸਐਗਰੀ ਕਰਦਾ ਆ ਤੇ ਉਹਨੂੰ ਅਖੇ ਵੀ ਜਾਨੋਂ ਮਾਰਨਾ ਜਾਂ ਫਿਜ਼ੀਕਲੀ ਵਾਇਲੈਂਸ ਉਹਨਾਂ ਦੇ ਅਗੇਂਸਟ ਵਰਤਣੀ, ਉਹਨੂੰ ਅਖੇ ਧਰਮ ਵੱਲੋਂ ਵੀ ਪ੍ਰਵਾਨਿਤ ਮੰਨਦੇ ਆ। ਮਤਲਬ ਕਿੱਥੇ ਲਿਖਿਆ ਹੈ ਕਿਹੜੇ ਨਹੀਂ, ਉਹ ਉੱਥੇ ਵਿਚਾਰ ਇਹ ਕਰੋ ਵੀ ਹਿੰਦੂ ਜਿਹੜੇ ਆ ਉਹ ਤੇ ਅੱਜ ਵੀ ਕਰਨ ਦੇ ਆ, ਉੱਥੇ ਮੁਸਲਮਾਨਾਂ ਨੂੰ ਮਾਰੀ ਜਾਂਦੇ, ਉੱਥੇ ਸਿੱਖਾਂ ਨੂੰ ਮਾਰਿਆ ਉਹਨਾਂ ਨੇ 84 ਦੇ ਵਿੱਚ, ਹੋਰ ਅੱਜ ਜਿੱਥੇ ਵੀ ਮੌਕਾ ਮਿਲਦਾ ਮਾਰਦੇ ਆ। ਭਾਈ ਵੀ ਇਹ ਕਰਮਿੰਦਰ ਸਿੰਘ ਢਿੱਲੋਂ ਨੂੰ ਦੱਸ ਦਈਏ ਵੀ ਕੱਲ ਹੀ ਇਹ ਇੱਥੇ ਅਰੈਸਟ ਹੋਈ ਆ ਨਿਊਜ਼ੀਲੈਂਡ ਦੇ ਵਿੱਚ, ਤਰੁਣ ਮੈਦਾਨ ਕਰਕੇ ਬੰਦਾ ਆ, ਮੋਡਰੇਟਰ ਸੀਗਾ ਇੰਡੀਅਨ ਤੇ ਨਿਊਜ਼ੀਲੈਂਡ ਗਰੁੱਪ ਦਾ ਵੀ ਜਿਹੜਾ ਫੇਸਬੁੱਕ ਦੇ ਉੱਤੇ ਚੱਲਦਾ, ਲੱਖ ਉੱਤੇ ਕਹਿੰਦੇ ਮੈਂਬਰ ਆ ਉਹਦਾ। ਉਹਨੇ ਜਿੰਨੀ ਨਫ਼ਰਤ ਸਿੱਖਾਂ ਦੇ ਪ੍ਰਤੀ ਉਗਲੀ ਆ, ਬਿਲਕੁਲ, ਔਰ ਜਿੰਨੀ ਉਹਨੇ ਹਮਾਇਤ ਕੀਤੀ ਆ ਹਰਨੇਕ ਸਿੰਘ ਦੀ, ਭਈ ਉਹ ਦੋਵੇਂ ਚੀਜ਼ਾਂ ਤੁਸੀਂ ਆਪਸ ਦੇ ਵਿੱਚ ਮਿਲਾ ਕੇ ਤੇ ਉਹਨੂੰ ਦੇਖ ਲਓ ਵੀ ਇਹ ਕਿਹੜੇ ਜਿਹੜੇ ਹੈਗੇ ਆ ਤਾਣੇ ਬਾਣੇ ਜਿਹੜੇ ਕਿੱਦਾਂ ਬੁਣੇ ਗਏ ਆ। ਤੇ ਇਹ ਜਿਹੜਾ ਤਰੁਣ ਮੈਦਾਨ ਆ ਇਹਦੀ ਫੋਟੋ ਆ ਭਾਈ ਬਕਾਇਦਾ ਉਹਨੇ ਪਾਈ ਉਹਦੇ ਨਾਲ ਜਿਹੜਾ ਇੰਡੀਆ ਦਾ ਹਾਈ ਕਮਿਸ਼ਨ ਆ
ਵੀ ਮੁਕੇਸ਼ ਪਰਦੇਸੀ ਕਰਕੇ ਤੇ ਦੂਜਾ ਜਿਹੜਾ ਆਨਰਰੀ ਕਾਉਂਸਲ ਆ ਭਾਵ ਢਿੱਲੋਂ ਜੀ, ਉਹਨਾਂ ਦੋਵਾਂ ਦੇ ਨਾਲ ਇਹ ਤਰੁਣ ਮੈਦਾਨ ਤੇ ਇਹਦੇ ਨਾਲ ਦੇ ਹੋਰ ਜਿਹੜੇ ਗੁੰਡੇ ਆ ਵੀ ਉਹ ਖੜੇ ਆ ਜੀ, ਔਰ ਬਕਾਇਦਾ ਪ੍ਰੋਪਰ ਫੋਟੋ ਖਿੱਚ ਕੇ ਪਾਈ ਗਈ ਆ ਔਰ ਉਹਦੀ ਵੈਬਸਾਈਟ ਤੇ ਸ਼ੇਅਰ ਹੋਈ ਆ ਸ਼ਾਇਦ ਬਿਲਕੁਲ ਆਪਣਾ ਹਾਈ ਕਮਿਸ਼ਨ ਦੀ ਤੇ। ਨਹੀਂ, ਇਹਨੇ ਕਿਸਾਨੀ ਅੰਦੋਲਨ ਬਾਰੇ ਵੀ ਬਹੁਤ ਬਕਵਾਸ ਕੀਤੀ ਹੈ ਤੇ ਇਹੀ ਬਕਵਾਸ ਹਰਨੇਕ ਨੇ ਕੀਤੀ ਹੈ ਤੇ ਇਹਨੇ ਹਰਨੇਕ ਦੀ ਪਿੱਠ ਪੂਰੀ ਆ, ਇਹਨਾਂ ਨੇ ਪਿੱਠ ਪੂਰੀ ਔਰ ਮਤਲਬ ਬਕਾਇਦਾ ਇਹਨਾਂ ਨੇ ਫਿਰ ਪ੍ਰਚਾਰ ਇਹ ਸ਼ੁਰੂ ਕਰ ਦਿੱਤਾ ਵੀ ਜਿਨ੍ਹਾਂ ਨੇ ਹਰਨੇਕ ਦੇ ਉੱਤੇ ਹਮਲਾ ਕੀਤਾ ਉਹ ਖਾਲਿਸਤਾਨੀ ਨੇ ਔਰ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਤਰੁਣ ਮੈਦਾਨ ਤੇ ਇੱਕ ਹੋਰ ਹੈ ਇਹਦੇ ਨਾਲ ਦਾ ਮੁਕੇਸ਼ ਮਹਿਤਾ ਸ਼ਾਇਦ। ਨਹੀਂ, ਹਜੇ ਵੀ ਜੇ ਇਹ ਤੱਥ ਤੋਂ ਮਤਲਬ ਜੋੜ ਕੇ ਜੇ ਸਾਡੇ ਬੰਦੇ ਨਹੀਂ ਦੇਖ ਪਾ ਰਹੇ ਤਾਂ ਫਿਰ ਮਤਲਬ ਇਹ ਸਾਡੇ ਵਾਸਤੇ ਇੱਕ ਕਹਿ ਲਓ ਕਿ ਤਰਾਸਦੀ ਹੈ ਕਿ ਕਿੱਡੀ ਵੱਡੀ ਗਿਆਨ ਦੀ ਘਾਟ ਹੈ ਇਹਨਾਂ ਨੂੰ ਜਾਂ ਸੋਝੀ ਦੀ ਘਾਟ ਹੈ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ। ਸਾਰਾ ਕੁਝ ਸਾਹਮਣੇ ਪਿਆ ਆ, ਜਦੋਂ ਉਹ ਨਹੀਂ ਭਾਜੀ ਪਜ਼ਲ ਹੁੰਦੀ ਕਿ ਸਾਰਾ ਕੁਝ ਤੁਹਾਨੂੰ ਟੁੱਟਵਾਂ ਜਾਂ ਮਿਲਣਾ, ਤੁਸੀਂ ਜੋੜ ਕੇ ਸਾਰਾ ਇੱਕ ਪਿਕਚਰ ਜੀ ਬਣਾਉਣੀ ਹੈਗੀ ਆ। ਪਿਕਚਰ ਬਣੀ ਵੀ ਪਈ ਆ ਲੇਕਿਨ ਫਿਰ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿੱਥੇ ਕਹਾਣੀ ਜਾ ਰਹੀ ਹੈ। ਬਿਲਕੁਲ। ਸੋ ਮਤਲਬ ਵੀ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਅਲਟੀਮੇਟਲੀ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਔਰ ਉਹ ਇੱਥੇ ਮੈਂ ਪੜ੍ਹ ਦਵਾਂ ਸੌਫਟ ਟਾਰਗੇਟ ਦੇ ਵਿੱਚੋਂ ਵੀ ਜਿਹੜਾ ਨਾ ਚੈਪਟਰ 2 ਜਿਹੜਾ ਆ ਉਹਦੇ ਵਿੱਚ ਆਖਰੀ ਜਿਹੜੇ 2 ਪੈਰੇ ਨੇ ਜੀ ਉਹ ਪੜ੍ਹਨੇ ਜ਼ਰੂਰੀ ਆ। ਵੀ ਉਹ ਕਹਿੰਦੇ ਵੀ ਦੀ ਆਸਗੁਡ ਹਾਲ ਸ਼ੂਟਿੰਗਸ ਹੈਡ ਡੈਮੇਜਿੰਗ ਕਨਸੀਕੁਐਂਸਸ ਫॉर द ਇਮੇਜ ਆਫ ਦ ਸਿੱਖ ਕਮਿਊਨਿਟੀ ਇਨ ਕੈਨੇਡਾ। ਆਸਗੁਡ ਹਾਲ ਵਾਲੀ ਸ਼ੂਟਿੰਗ ਜਿਹੜੀ ਵੀ ਕੁਲਦੀਪ ਸਮਰੇ ਨੇ ਉਹਦੇ ਵਿੱਚ ਕਚਹਿਰੀ ਦੇ ਵਿੱਚ ਜਾ ਕੇ ਜਿਹੜੇ ਕੀਤੀ ਸੀਗੀ, ਗੋਲੀਆਂ ਚਲਾਤੀਆਂ ਤੇ ਉਹਦੇ ਵਿੱਚ 2 ਬੰਦੇ ਮਰ ਗਏ। ਜੱਜ ਮਾਰਨੇ ਦੀ ਉਹਦੀ ਕੋਸ਼ਿਸ਼ ਸੀਗੀ ਪਰ 2 ਬੰਦੇ ਜਿਹੜੇ ਆ ਵੀ ਉਹ ਮਰੇ ਜੀ ਤੇ ਉਹਦੇ ਨਾਲ ਸਿੱਖਾਂ ਦੀ ਇਮੇਜ ਜਿਹੜੀ ਆ ਵੀ ਉਹ ਚੰਗੀ ਵੀ ਖਰਾਬ ਹੋਈ ਜੀ। ਵੀ ਬਾਏ ਦ 1970s ਦੀ ਐਂਟੀ ਸਿੱਖ ਪ੍ਰੈਜੁਡਿਸਿਸ ਆਫ ਦ ਪਾਸਟ ਹੈਡ ਬਿਗਨ ਟੂ ਵੇਨ। ਯਾਨੀ ਕਿ ਵੀ ਜਿਹੜੀ ਸਿੱਖਾਂ ਦੇ ਪ੍ਰਤੀ ਮਾੜੀ ਨਜ਼ਰ ਰੱਖਦੇ ਹੁੰਦੇ ਸੀਗੇ ਭਾਵੇਂ ਗੋਰੇ ਕਹਿ ਲਓ ਭਾਵੇਂ ਹੋਰ ਜਿਹੜੇ ਕੈਨੇਡੀਅਨ ਆ ਵੀ ਉਹ ਜਿਹੜੀ ਆ ਵੀ 1970 ਤੱਕ ਆਂਦੇ ਭਈ ਉਹ ਜਿਹੜੀ ਹੈਗੀ ਆ ਪ੍ਰੈਜੁਡਿਸ ਕਹਿ ਲਓ ਵੀ ਉਹ ਜਿਹੜੀ ਕਹਿ ਲਓ ਵੀ ਗਲਤ ਤਰੀਕੇ ਨਾਲ ਵੇਖਣਾ ਭਈ ਉਹ ਘਟਣ ਲੱਗ ਪਿਆ ਹੈ। ਪਰ indeed Canadians were becoming increasingly sympathetic to a people who they saw as honest and hard working। ਔਰ ਅੱਜ ਵੀ ਆਪਾਂ ਕਹਿ ਸਕਦੇ ਹਾਂ ਵੀ ਅੱਜ ਵੀ ਜਿੱਥੇ ਸਿੱਖ ਵਸਦੇ ਨੇ ਵੀ ਉਹਨਾਂ ਦੀ ਇਮੇਜ ਜਿਹੜੀ ਆ ਉਹ ਇਮਾਨਦਾਰੀ ਵਾਲੀ ਤੇ ਮਿਹਨਤ ਕਸ਼ਾਂ ਵਾਲੀ ਆ ਜੀ। ਬਿਲਕੁਲ ਭਈ ਜੀ ਬੜੇ ਮਿਹਨਤੀ ਬੰਦੇ ਨੇ ਔਰ ਇਮਾਨਦਾਰੀ ਦੇ ਨਾਲ ਕਰਦੇ ਨੇ ਜੀ ਕੰਮ। ਤੇ then after the 1982 shooting ਜਿਹੜੀ ਆਸਗੁਡ ਹਾਲ ਵਾਲੀ ਕੁਲਦੀਪ ਸਮਰੇ ਵੱਲੋਂ ਕੀਤੀ ਗਈ ਜੀ and other violent incidents later that year ਜੀ the clock was turned back। ਯਾਨੀ ਕਿ ਉਹ ਜਿੰਨਾ ਵੀ ਮਿਹਨਤ ਨਾਲ ਤੇ ਮਸ਼ੱਕਤ ਦੇ ਨਾਲ ਸਿੱਖਾਂ ਨੇ ਆਪਣੀ ਇਮੇਜ ਜਿਹੜੀ ਆ ਵੀ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਭਈ ਇਹ ਬਹਾਲ ਕੀਤੀ ਸੀਗੀ ਵੀ ਅਸੀਂ ਇਮਾਨਦਾਰ ਤੇ ਮਿਹਨਤਕਸ਼ ਲੋਕ ਆ ਜੀ ਭਈ ਉਹ ਜਿਹੜੀ ਆ ਵੀ ਉਹ ਸਾਰੀ ਦੀ ਸਾਰੀ ਜਿਹੜੀ ਆ ਵੀ ਉਹ ਦੁਬਾਰਾ ਕਹਿ ਲਓ ਵੀ ਮਿੱਟੀ 'ਚ ਰੋਲ ਦਿੱਤੀ ਗਈ ਜੀ। Sikhs were now seen as unpredictable and violent। ਯਾਨੀ ਕਿ ਵੀ ਉਹਨਾਂ ਤੇ ਨਾ ਭਰੋਸਾ ਕੀਤਾ ਜਾ ਸਕਦਾ ਤੇ ਨਾ ਮਤਲਬ ਵੀ ਉਹ ਹਿੰਸਾਵਾਦੀ ਨੇ। The Samra fiasco should have been a revelation for Metro Police and Canadian government officials ਜੀ। ਉਹ ਕਹਿੰਦਾ ਵੀ ਜਿਹੜਾ ਸਮਰੇ ਦਾ ਕੀਤਾ ਕਾਰਾ ਸੀ ਨਾ ਤੇ ਜਿਹੜਾ ਉਹਨੂੰ ਇਹ ਫੜ ਨਹੀਂ ਸਕੇ ਉਹ ਦੋਵੇਂ ਜਿਹੜੀਆਂ ਘਟਨਾਵਾਂ ਆ ਵੀ ਇਹਦੇ ਨਾਲ ਵੀ ਮੈਟਰੋ ਪੁਲਿਸ ਜਿਹੜੀ ਆ ਤੇ ਕੈਨੇਡੀਅਨ ਸਰਕਾਰ ਜਿਹੜੀ ਆ ਦੋਵਾਂ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ। Only in retrospect have Canadian police and the country's intelligence service come to view it as the first act of covert meddling by the Indian government in Canadian affairs। ਠੀਕ ਹੈ ਜੀ। ਯਾਨੀ ਕਿ ਇਹ 1999 ਦੀ ਗੱਲ ਕਰ ਰਿਹਾ ਤੇ ਉਹ ਜਿਹੜੀ ਘਟਨਾ ਆ 1982 ਚ ਹੋਈ। ਸੋ ਉਹ ਕਹਿੰਦਾ ਵੀ ਇਹ ਹੋਣੀ ਆ ਜਾ ਕੇ 7 ਸਾਲ ਬਾਅਦ ਵੀ ਜਦੋਂ ਉਹ ਪਿੱਛੇ ਝਾਤ ਮਾਰਦੇ ਆ ਤੇ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਪੁਲਿਸ ਨੂੰ ਵੀ ਅਖੇ ਵੀ ਉਹ ਜਿਹੜੀ ਘਟਨਾ ਸੀ ਸਮਰੇ ਵਾਲੀ ਉਹ ਭਾਰਤੀ ਸਰਕਾਰ ਵੱਲੋਂ ਵੀ ਜਿਹੜੀ ਕੈਨੇਡਾ ਦੇ ਵਿੱਚ ਸਿੱਖ ਕੌਮ ਦੀ ਇਮੇਜ ਖਰਾਬ ਕਰਨ ਲਈ ਇੰਟਰਫੇਰੈਂਸ ਜਿਹੜੀ ਕੀਤੀ ਗਈ ਉਹਦੀ ਪਹਿਲੀ ਘਟਨਾ ਉਹ ਸੀ ਜੀ। The extent of this meddling which had as its aim the subversion of Canada's Sikh community would become more apparent through another painful lesson before the end of 1984। ਹੁਣ ਇੱਥੇ ਇਹ ਚੈਪਟਰ ਜਿਹੜਾ ਖਤਮ ਹੁੰਦਾ ਵੀ 1984 ਦੇ ਖਤਮ ਹੋਣ ਤੋਂ ਪਹਿਲਾਂ ਇੱਕ ਹੋਰ ਘਟਨਾ ਹੋਈ ਕੈਨੇਡਾ ਦੇ ਵਿੱਚ ਵੀ ਜਿਹਦੇ ਵਿੱਚੋਂ ਵੀ ਇਹ ਕੰਮ ਬਿਲਕੁਲ ਐਨ ਕਹਿ ਲਓ ਵੀ ਇਹ ਸਾਰਿਆਂ ਨੂੰ ਸਾਬਤ ਹੋ ਗਿਆ ਵੀ ਕੈਨੇਡਾ ਜਿਹੜਾ ਆ ਵੀ ਆਪਣਾ ਭਾਰਤ ਸਰਕਾਰ ਜਿਹੜੀ ਆ ਕਿਸ ਹੱਦ ਤੱਕ ਜਾ ਕੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਭਈ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਹਿ ਲਓ ਵੀ ਰੋਜ਼ ਦੀ ਜ਼ਿੰਦਗੀ ਆ ਤੇ ਜਿਹੜੀ ਉਹਨਾਂ ਦੀ ਕੌਮੀ ਜ਼ਿੰਦਗੀ ਆ ਜੀ ਉਹਦੇ ਵਿੱਚ ਇੰਟਰਫੇਅਰ ਕਰ ਰਹੀ ਹੈ। ਔਰ ਇਹੀ ਤੁਸੀਂ ਅੱਜ ਨਿਊਜ਼ੀਲੈਂਡ ਦੇ ਵਿੱਚ ਲੈ ਲਓ ਭਾਈ ਵੀ ਜਿਹੜੇ ਸੁਣਨੇ ਵਾਲੇ ਆ ਉਹ ਆਪਣੇ ਆਪਣੇ ਮੁਲਕ 'ਚ ਵੇਖ ਲਿਓ
ਵੀ ਆਪਾਂ ਅਕਸਰ ਗੱਲ ਕੀਤੀ ਵੀ ਜਰਮਨੀ ਦੇ ਵਿੱਚ ਉਹਨਾਂ ਨੇ ਸਿੱਖ ਹਸਬੈਂਡ ਵਾਈਫ ਫੜੇ ਵੀ ਜਿਹੜੇ ਸਰਕਾਰੀ ਕਹਿ ਲਓ ਜਸੂਸ ਸੀਗੇ ਇੰਡੀਆ ਦੇ। ਇੱਥੇ ਨਿਊਜ਼ੀਲੈਂਡ ਦੇ ਵਿੱਚ ਮੈਂ ਹਾਲ 50 ਇਹੋ ਜਿਹੇ ਹੋਣੇ ਆ ਵੀ ਜਿਨ੍ਹਾਂ ਨੂੰ ਵੀ ਤੁਸੀਂ ਬਿਨਾਂ ਕਹਿ ਲਓ ਵੀ ਝਿਜਕ ਤੋਂ ਕਹਿ ਸਕਦੇ ਹਾਂ ਵੀ ਇਹ ਸਰਕਾਰ ਦੇ ਹੱਥ ਠੋਕੇ ਨੇ ਬੱਚੇ ਆ, ਭਾਵੇਂ ਖੱਪ ਗ੍ਰੇਡ ਨੇ ਸਾਰੇ ਇਹ, ਤੇ ਭਾਵੇਂ ਹੋਰ ਜਿਹੜੇ ਧੜੇ ਬੈਠੇ ਆ ਵੀ ਉਹ ਨੇ ਜੀ। ਪਰ ਜਿਹੜੀ ਚੀਜ਼ ਆਪਾਂ ਜਿਹੜੀ ਆ ਤਰੁਣ ਮੈਦਾਨ ਵਾਲੀ ਤੇ ਇੰਡੀਅਨਸ ਇਨ ਨਿਊਜ਼ੀਲੈਂਡ ਗਰੁੱਪ ਜਿਹੜਾ ਉਹਦੀ ਗੱਲ ਕਰਦੇ ਪਏ ਸੀਗੇ, ਇਹ ਸਾਰਾ ਜਿਹੜਾ ਹੈ ਨਾ ਇਹ ਉਸੇ ਪੈਟਰਨ ਦੇ ਉੱਤੇ ਹੀ ਆ ਵੀ ਜੋ ਕੈਨੇਡਾ ਦੇ ਵਿੱਚ 1980ਵਿਆਂ ਦੇ ਵਿੱਚ ਕੀਤਾ ਗਿਆ। ਬਿਲਕੁਲ ਬਿਲਕੁਲ। ਹੁਣ ਜਿਹੜੀਆਂ ਕੰਮ ਜਿਹੜੇ ਇਹਨਾਂ ਨੇ ਕਰਦੇ ਰਹੇ ਆ ਇਹ ਕੀ ਕਰਦੇ ਸੀਗੇ ਵੀ ਇਹ ਪਹਿਲਾਂ ਤੇ ਗਾਲਾਂ ਕੱਢ ਕੇ ਧਮਕੀਆਂ ਦੇ ਕੇ ਸਿੱਖਾਂ ਨੂੰ ਤੇ ਉਕਸਾਉਂਦੇ ਸੀ। ਹੁਣ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਵੀ ਉਹ ਫੇਸਬੁੱਕ ਨੂੰ ਤੇ ਕੋਈ ਇੰਨਾ ਸੀਰੀਅਸਲੀ ਲੈਂਦੇ ਨਹੀਂ। ਜਦੋਂ ਫੇਸਬੁੱਕ ਤੇ ਕੋਈ ਗਾਲ ਕੱਢਦਾ ਅੱਗੇ ਉਹ ਗਾਲ ਕੱਢ ਦਿੰਦੇ ਆ। ਹੁਣ ਇਹਨਾਂ ਦਾ ਕੀ ਕੰਮ ਸੀਗਾ ਵੀ ਇਹਨਾਂ ਨੇ ਜਾਲੀ ਆਈਡੀਆਂ ਬਣਾਈਆਂ ਹੋਈਆਂ, ਜਿਹੜੇ ਇਹ ਮੋਡਰੇਟਰ ਤੇ ਹੋਰ ਸਾਰੇ ਜਿਹੜੇ ਤੁਰੇ ਫਿਰਦੇ ਆ ਵੀ ਜਾਲੀ ਆਈਡੀਆਂ ਬਣਾ ਕੇ ਬਕਵਾਸ ਕਰ ਦੇਣੀ, ਗਾਲਾਂ ਕੱਢ ਦੇਣੀਆਂ। ਉਹ ਜਿਹੜੇ ਆਪਣੇ ਆ ਉਹਨਾਂ ਨੇ ਅਸਲੀ ਆਈਡੀਆਂ ਤੋਂ ਕਰੀ ਜਾਣਾ ਤੇ ਉਹ ਉਹਨਾਂ ਦੇ ਸਕਰੀਨਸ਼ਾਟ ਲੈ ਕੇ ਇਹਨਾਂ ਨੇ ਨਾ ਸਿਰਫ ਇੰਡੀਅਨ ਹਾਈ ਕਮਿਸ਼ਨ ਨੂੰ ਭੇਜ ਦੇਣੇ ਔਰ ਉਧਰੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਭੇਜ ਦੇਣੇ ਵੀ ਜਦੋਂ ਇਹ ਵੀਜ਼ੇ ਲਈ ਅਪਲਾਈ ਕਰਨ ਰਿਨਿਊਅਲ ਲਈ ਜਾਂ ਸਟੂਡੈਂਟ ਤੋਂ ਵਰਕ ਵੀਜ਼ੇ ਤੇ ਜਾਣ ਜਾਂ PR ਲਈ, ਤੇ ਉਹਦੇ ਵਿੱਚ ਉਹ ਜਿਹੜੇ ਆ ਵੀ ਇਹਨਾਂ ਦੀ ਫਾਈਲਾਂ 'ਚ ਲੱਗੇ ਹੋਣ ਸਕਰੀਨਸ਼ਾਟ। ਉਹ ਤੋਂ ਬਾਅਦ ਜਦੋਂ PCC ਲਈ ਅਪਲਾਈ ਕਰਨ, ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਹਾਈ ਕਮਿਸ਼ਨ ਰਾਹੀਂ ਤੁਸੀਂ ਅਪਲਾਈ ਕਰਨਾ ਹੁੰਦਾ, ਉੱਥੇ ਜੇ ਇਹਨਾਂ ਦੇ ਨਾਮ ਪਹੁੰਚੇ ਹੋਏ ਆ ਜੀ ਵੀ ਇਹ ਆਖੇ ਵੀ ਭਾਰਤ ਸਰਕਾਰ ਦੇ ਖਿਲਾਫ ਬੋਲਦੇ ਆ ਜਾਂ ਇੱਦਾਂ ਜਾਂ ਉੱਦਾਂ, ਤੇ ਉਹ ਪੁਲਿਸ ਕਲੀਅਰੈਂਸ ਜਿਹੜੀ ਆ ਵੀ ਇਹਨਾਂ ਨੂੰ ਦਿੱਤੀ ਨਾ ਜਾਵੇ। ਔਰ ਇਹ ਕਹਿ ਲਓ ਵੀ ਇਹ ਸਾਡਾ ਜਿਹੜਾ ਆ ਵੀ ਇਹ ਗੈਸ ਨਹੀਂਗਾ, ਇਹ ਪੋਸਟਾਂ ਇਹਨਾਂ ਬੰਦਿਆਂ ਨੇ ਗਰੁੱਪ ਦੇ ਵਿੱਚ ਹੀ ਪਾਈਆਂ। ਬਿਲਕੁਲ। ਔਰ ਉਹਦੇ ਸਕਰੀਨਸ਼ਾਟ ਹੈਗੇ ਸਾਡੇ ਕੋਲੇ ਜਿਹ 'ਚ ਕਹਿ ਰਹੇ ਆ ਭਈ ਤੁਸੀਂ ਕਰੀ ਚਲੋ, ਕੋਈ ਨਾ ਵੀ ਹੁਣ PCC ਲਈ ਅਪਲਾਈ ਕਰੀ ਤਾਂ ਤੈਨੂੰ ਪਤਾ ਲੱਗੂ। ਈਵਨ ਇਹ ਵੀ ਧਮਕੀਆਂ ਦੇ ਰਹੇ ਸੀਗੇ ਭਈ ਜਿਹੜੇ ਬੰਦੇ ਕਿਸਾਨੀ ਅੰਦੋਲਨ ਦੇ ਹੱਕ 'ਚ ਬੋਲ ਰਹੇ ਆ ਜਾਂ ਮੋਦੀ ਦੇ ਖਿਲਾਫ ਬੋਲ ਰਹੇ ਆ ਜਾਂ ਭਾਰਤ ਸਰਕਾਰ ਦੇ ਖਿਲਾਫ ਕਹਿ ਰਹੇ ਆ ਵੀ ਉਹ ਗਲਤ ਕਰ ਰਹੀ ਆ, ਭਈ ਉਹਨਾਂ ਨੂੰ ਤੁਸੀਂ ਇੰਡੀਆ ਜਾਇਓ ਵੀ ਤੁਹਾਨੂੰ ਏਅਰਪੋਰਟ ਤੋਂ ਵਾਪਸ ਮੋੜ ਦੇਣਾ। ਹੁਣ ਜਦੋਂ ਇਹੋ ਜਿਹੀਆਂ ਧਮਕੀਆਂ ਦਾ ਅਸਰ ਹੁੰਦਾ ਨਹੀਂ ਦਿਖਦਾ, ਉਹ ਧਮਕੀਆਂ ਨੂੰ ਕਾਰਗਰ ਸਾਬਤ ਕਰਨੇ ਲਈ ਜਦੋਂ ਅਗਲੇ ਹਾਈ ਕਮਿਸ਼ਨ ਜਿਹੜਾ ਆ, 2 ਹਾਈ ਕਮਿਸ਼ਨ ਵੀ ਇੱਕ ਹਾਈ ਕਮਿਸ਼ਨ ਇੱਕ ਆਨਰਰੀ ਕਾਉਂਸਲ ਆ ਕੇ ਧਮਕੀਆਂ ਦੇਣ ਵਾਲਿਆਂ ਦੇ ਨਾਲ ਖੜ ਕੇ ਫੋਟੋ ਖਿਚਾਉਂਦੇ ਆ, ਉਹਦਾ ਇੱਕੋ ਇੱਕ ਮਕਸਦ ਇਹ ਹੁੰਦਾ ਭਈ ਜਿਹੜਾ ਵੀ ਕੋਈ ਹੈਗਾ ਦੇਖਣੇ ਵਾਲਾ ਭਈ ਉਹ ਇਹਨੂੰ ਸੀਰੀਅਸਲੀ ਲਵੇ ਵੀ ਜੇ ਇਹ ਤਰੁਣ ਮੈਦਾਨ ਜਾਂ ਮੁਕੇਸ਼ ਮਹਿਤਾ ਜਾਂ ਇਹ ਕੋਈ ਹੋਰ ਇੰਡੀਅਨਸ ਇਨ ਨਿਊਜ਼ੀਲੈਂਡ ਦੇ ਵਿੱਚ ਗਰੁੱਪ 'ਚ ਧਮਕੀਆਂ ਦੇ ਰਿਹਾ ਆ ਤੇ ਭਾਈ ਵੀ ਉਹ ਫੋਕੀਆਂ ਧਮਕੀਆਂ ਨੇਗੀਆਂ ਭਈ ਉਹਨਾਂ ਦੀ ਪਿੱਠ ਦੇ ਉੱਤੇ ਹਾਈ ਕਮਿਸ਼ਨ ਤੇ ਆਨਰਰੀ ਕਾਉਂਸਲ ਖੜਾ ਹੈ। ਆਹ ਐਵੀਡੈਂਸ ਆ ਉਹਦਾ ਫੋਟੋ, ਕਿਉਂਕਿ ਇਹਨਾਂ ਨੇ ਆਪ ਹੀ ਫੋਟੋ ਉਹ ਸ਼ੇਅਰ ਕੀਤੀਆਂ। ਬਿਲਕੁਲ ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਤਾਣਾ ਬਾਣਾ ਜਿਹੜਾ ਵੀ ਉਹ ਕਲੀਅਰ ਹੋ ਜਾਂਦਾ ਵੀ ਕੇਸ ਪੈਟਰਨ ਦੇ ਉੱਤੇ ਸਾਰਾ ਕੁਝ ਜਿਹੜਾ ਚੱਲਦਾ ਪਿਆ। ਸੋ ਵਧਾਈ ਇਸ ਗੱਲ ਦੀ ਆ ਭਾਈ ਭਈ ਕੱਲ ਤਰੁਣ ਮੈਦਾਨ ਜਿਹੜਾ ਆ ਵੀ ਉਹ ਪੁਲਿਸ ਹਿਰਾਸਤ ਦੇ ਵਿੱਚ ਚਲ ਗਿਆ ਤੇ ਕੁਛ ਕਹਿ ਰਹੇ ਨੇ ਵੀ ਉਹਦੀ ਬੇਲ ਹੋ ਗਈ ਆ, ਕੁਛ ਕਹਿ ਰਹੇ ਨੇ ਵੀ ਨਹੀਂ ਹੋਈ, ਪਰ ਮਤਲਬ ਅਜੇ ਤੱਕ ਉਹ ਗੱਲ ਕਲੀਅਰ ਹੈ ਨਹੀਂ। ਪਰ ਉਹ ਮੈਟਰ ਨਹੀਂ ਕਰਦੀ ਚੀਜ਼। ਬਿਲਕੁਲ ਮੈਟਰ ਚੀਜ਼ ਇਹ ਕਰਦੀ ਆ ਵੀ ਪੁਲਿਸ ਨੇ ਉਹਦੀ ਜਿਹੜੀ ਹੇਟ ਸਪੀਚ ਆ, ਜਿਹੜੀਆਂ ਉਹਦੀਆਂ ਧਮਕੀਆਂ ਨੇ, ਬੁਲਿੰਗ ਆ ਤੇ ਜਿਹੜਾ ਲੋਕਾਂ ਨੂੰ ਉਹ ਹਿਊਮਿਲੀਏਟ ਕਰ ਰਿਹਾ ਵੀ ਉਹ ਸਾਰਿਆਂ ਨੂੰ ਸੀਰੀਅਸਲੀ ਲੈ ਕੇ ਤੇ ਉਹਦੇ ਖਿਲਾਫ ਕੇਸ ਦਰਜ ਕਰ ਦਿੱਤਾ। ਬਿਲਕੁਲ। ਔਰ ਇਹ ਜਿਹੜੀ ਕੋਸ਼ਿਸ਼ ਆ ਸਾਡੀ ਇਹਨਾਂ ਐਕਟੀਵਿਟੀਜ਼ ਨੂੰ ਪੁਲਿਸ ਦੇ ਰਡਾਰ ਦੇ ਉੱਤੇ ਲਿਆਉਣ ਦੀ ਤੇ ਉਹਦੇ ਖਿਲਾਫ ਐਕਸ਼ਨ ਲਈ ਮਜਬੂਰ ਕਰਨੇ ਦੀ, ਉਹ ਸਾਡੀ ਆ ਰੇਡੀਓ ਵਿਰਸੇ ਵਾਲੇ ਖੱਪ ਗ੍ਰੇਡ ਤੇ ਇਹਨਾਂ ਸਾਰਿਆਂ ਦੀਆਂ ਹਰਕਤਾਂ ਦੇ ਬਾਰੇ ਪਿਛਲੇ 5 ਸਾਲਾਂ ਤੋਂ ਚੱਲਦੀ ਪਈ ਹੈ। ਬਿਲਕੁਲ। ਸੋ ਇਸ ਕਰਕੇ ਭਈ ਸਾਨੂੰ ਹੁਣ ਇਸ ਗੱਲ ਦਾ ਕਹਿ ਲਓ ਭਈ ਖੁਸ਼ੀ ਵੀ ਆ ਇਸ ਗੱਲ ਦੀ ਵੀ ਲਓ ਪਹਿਲਾ ਸਟੈਪ ਜਿਹੜਾ ਆ ਵੀ ਉਹ ਇਸ ਚੀਜ਼ ਦੇ ਵਿੱਚ ਹੋ ਗਿਆ। ਔਰ ਉਹ ਮੁੰਡਾ ਜਿਹੜਾ ਸਰਦਾਰ ਮਨਪ੍ਰੀਤ ਸਿੰਘ ਕਰਕੇ ਉਹਦੀ ਆਈਡੀ ਆ ਵੀ ਉਹਦੇ ਖਿਲਾਫ ਇਹਨਾਂ ਨੇ ਪ੍ਰਚਾਰ ਕੀਤਾ ਸੀ ਤਰੁਣ ਮੈਦਾਨ ਹੁਣਾਂ ਨੇ, ਤੇ ਉਹਦੇ ਸਕਰੀਨਸ਼ਾਟ ਜਿਹੜੇ ਆ ਉਹਨੇ ਮੁੰਡੇ ਨੇ ਬੜੀ ਮਤਲਬ ਵੀ ਸੋਹਣੇ ਤਰੀਕੇ ਦੇ ਨਾਲ ਭਈ ਕੰਪਲੇਂਟ ਜਿਹੜੀ ਲੌਜ ਕੀਤੀ ਤੇ ਜਿਹਦਾ ਜਿਹੜਾ ਆ ਵੀ ਨਤੀਜਾ ਇਹ ਨਿਕਲਿਆ ਭਈ ਇਹ ਵੀ ਇਹ ਸਾਰਾ ਕੁਝ ਜਿਹੜਾ ਆ ਵੀ ਉਹ ਪਹਿਲੀ ਇਹ ਕੰਪਲੇਂਟ ਜਿਹੜੀ ਸਿਰੇ ਚੜ੍ਹਨੇ ਵਾਲੀ ਗੱਲ ਆ ਵੀ ਉਹ ਚੜੀ ਆ। ਬਿਲਕੁਲ। ਸੋ ਇਸ ਕਰਕੇ ਭਈ ਦੇਰ ਹੈਗੀ ਆ, ਪਰ ਜਿੱਦਾਂ ਕਹਾਵਤ ਬਣੀ ਆ ਵੀ ਦੇਰ ਆਏ ਦਰੁਸਤ ਆਏ। ਬਿਲਕੁਲ। ਤੇ ਉਹ ਸਾਰਾ ਜਿਹੜਾ ਆ ਵੀ ਦੂਜੀ ਜਿਹੜੀ ਆ ਵੀ ਰੱਬ ਦੇ ਘਰ ਦੇਰ ਆ ਹਨੇਰ ਨਹੀਂ। ਬਿਲਕੁਲ ਭਾਈ ਉਹ ਚਾਹੀਦਾ ਵੀ ਹੈਗਾ ਆ, ਇਦਾਂ ਦੇ ਸਿਸਟਮ ਖੜੇ ਵੀ ਹੋਣੇ ਚਾਹੀਦੇ ਆ, ਕਿਉਂਕਿ ਨਹੀਂ ਤਾਂ ਫਿਰ ਇਹਨਾਂ ਨੇ ਇੱਥੇ ਵੀ ਹੌਲੀ ਹੌਲੀ ਆਪਣਾ ਸ਼ਿਕੰਜਾ ਕਸੀ ਜਾਣਾ। ਬਿਲਕੁਲ। ਗੁੰਡਾਗਰਦੀ ਹੁਣ ਆ ਰੇਡੀਓ ਵਿਰਸਾ ਤੋਂ ਕੀ ਕਰਦੇ ਸੀਗੇ? ਗੁੰਡਾਗਰਦੀ ਕਰਦੇ ਸੀਗੇ। ਰੇਡੀਓ ਦੇ ਪ੍ਰੋਗਰਾਮ ਜਿੰਨੇ ਵੀ ਸੀਗੇ ਉਹ ਪੰਜਾਬੀ ਚ ਬ੍ਰੌਡਕਾਸਟ ਹੁੰਦੇ ਸੀਗੇ ਤੇ ਪੰਜਾਬੀ ਦੇ ਵਿੱਚ ਇਹ ਸਿਰੇ ਮਤਲਬ ਜਿਹੜੀ ਕਹਿੰਦੇ ਨਾ ਘਟੀਆ ਭਾਸ਼ਾ
ਜਿਹੜੀ ਅਸੀਂ ਘਰ ਮਤਲਬ ਕਿਸੇ ਇਦਾਂ ਆਮ ਕਿਸੇ ਨੂੰ ਵੀ ਨਹੀਂ ਵਰਤ ਸਕਦੇ, ਉਹੋ ਜੀ ਭਾਸ਼ਾ ਉੱਥੇ ਬਹਿ ਕੇ ਵਰਤਦੇ ਸੀਗੇ। ਹਾਂ, ਤੁਹਾਡੀ ਗੱਲ ਤੋਂ ਮੈਨੂੰ ਧਿਆਨ ਆਇਆ ਵੀ ਜਿਹੜੀ ਕੰਪਲੇਂਟ ਸੀ ਨਾ ਵੀ ਜਿਹੜੀ ਇਹ ਹਰਕਤਾਂ ਜਿਹੜੀਆਂ ਤਰੁਣ ਮੈਦਾਨ ਦੀਆਂ ਜੀ, ਭਈ ਉਦਾਂ ਅੰਗਰੇਜ਼ੀ ਦੇ ਵਿੱਚ ਪੋਸਟਾਂ ਪਾ ਰਿਹਾ, ਕਮੈਂਟ ਕਰ ਰਿਹਾ, ਜਦੋਂ ਗਾਲਾਂ ਕੱਢਣੀਆਂ ਹੁੰਦੀਆਂ ਸੀ ਉਦੋਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕੱਢਦਾ, ਹਿੰਦੀ 'ਚ ਵੀ ਕਰਦਾ ਸੀਗਾ। ਮਤਲਬ ਗੱਲ ਇਹ ਹੈ ਨਾ ਕਿ ਇਹਨਾਂ ਨੇ ਇਹਨੂੰ ਵੀ ਇੱਕ ਹਥਿਆਰ ਬਣਾਇਆ, ਟੂਲ ਵਰਤਿਆ ਹੋਇਆ। ਬਿਲਕੁਲ, ਫਿਰ ਟ੍ਰਾਂਸਲੇਸ਼ਨ ਦੇ ਵਿੱਚ ਟ੍ਰਾਂਸਲੇਸ਼ਨ ਦੇ ਵਿੱਚ ਉਸ ਜਿਹੜੀ ਸੈਂਸਿਟੀਵਿਟੀ ਹੈਗੀ ਹੈ ਵਰਡਸ ਦੀ, ਉਹ ਕਿਤੇ ਨਾ ਕਿਤੇ ਗਵਾਚ ਜਾਣੀ ਹੈਗੀ ਹੈ, ਤੇ ਉਹ ਇਹਨਾਂ ਨੂੰ ਫਾਇਦਾ ਹੈਗਾ ਉਸ ਚੀਜ਼ ਦਾ। ਤੇ ਅਸੀਂ ਤਾਂ ਇਹਨਾਂ ਨੂੰ ਵੀ ਕਈ ਵਾਰ ਬੇਨਤੀ ਕੀਤੀ ਸੀਗੀ ਰੇਡੀਓ ਵਿਰਸੇ ਵਾਲਿਆਂ ਨੂੰ, ਹੁਣ ਜਦੋਂ ਛਿੱਤਰ ਖਾਣ ਤੋਂ ਬਾਅਦ ਇੰਗਲਿਸ਼ 'ਚ ਪੋਸਟਾਂ ਪਾ ਰਹੇ ਸੀਗੇ, ਇਹ ਪਹਿਲਾਂ ਪ੍ਰੋਗਰਾਮ ਕਰ ਲੈਂਦੇ ਇੰਗਲਿਸ਼ 'ਤੇ ਤਾਂ ਪਤਾ ਚੱਲ ਜਾਂਦਾ, ਬੀਐਸਏ ਨੂੰ ਵੀ ਅੱਖਾਂ ਖੁੱਲ ਜਾਂਦੀਆਂ। ਬਟ ਇਹ ਹੈ ਕਿ ਚਲੋ ਉਹ ਮਿਹਨਤ ਕਿਤੇ ਨਾ ਕਿਤੇ ਲਿਆ ਕੇ ਆ ਕੇ ਰੰਗ ਲਿਆ ਰਹੀ, ਕਿ ਜਦੋਂ ਇਹਨਾਂ ਦੀ ਕੰਪਲੇਂਟਾਂ ਹੋ ਰਹੀਆਂ ਸੀਗੀਆਂ ਪਿਛਲੇ 2-3-4 ਸਾਲ ਤੋਂ 4-5 ਸਾਲ ਤੋਂ, ਤੇ ਹੌਲੀ ਹੌਲੀ ਉਹ ਚੀਜ਼ਾਂ ਬਿਲਡ ਹੁੰਦੀਆਂ ਰਹੀਆਂ, ਇਹਨਾਂ ਦੇ ਰਿਕਾਰਡ 'ਚ ਜਾਂਦੀਆਂ ਰਹੀਆਂ, ਤੇ ਹੁਣ ਉਹ ਪੁਲਿਸ ਨੂੰ ਵੀ ਹੌਲੀ ਹੌਲੀ ਸਮਝ ਆ ਰਿਹਾ ਹੈ ਕਿ ਕਿੱਦਾਂ ਕਿੱਥੇ ਕੀ ਖੇਡ ਚੱਲ ਰਹੀ ਹੈਗੀ ਹੈ। ਯਾਨੀ ਕਿ ਉਹ ਚੀਜ਼ਾਂ ਸਾਨੂੰ ਮਤਲਬ ਠੀਕ ਹੈ, ਉਹ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਲੇਕਿਨ ਜਿੱਦਾਂ ਕਹਿੰਦੇ ਨਾ ਇਹ ਸਬਰਾਂ ਦੀ ਲੜਾਈ ਹੈਗੀ ਹੈ, ਤੇ ਸਾਨੂੰ ਸਬਰ ਰੱਖ ਕੇ ਇਹ ਚੀਜ਼ ਨੂੰ ਲੜਨਾ ਚਾਹੀਦਾ ਹੈ। ਇਹ ਜਿਹੜੇ ਸਾਡੀ ਕਮਿਊਨਿਟੀ ਦੇ ਭਾਵੇਂ ਨੌਜਵਾਨ ਨੇ ਤੇ ਭਾਵੇਂ ਹੋਰ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਭਈ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਭਈ ਕਾਨੂੰਨ ਤੋਂ ਹਮੇਸ਼ਾ ਅੰਦਰ ਕਾਨੂੰਨ ਦੇ ਰਹਿ ਕੇ ਕਰਿਓ ਜੋ ਕਰਨਾ ਆ ਜੀ। ਜਦੋਂ ਤੁਸੀਂ ਕਾਨੂੰਨ ਤੋੜ ਦਿੱਤਾ ਜੀ, ਫੇਰ ਤੁਹਾਡੇ ਕੋਲੇ ਜਸਟੀਫਿਕੇਸ਼ਨ ਕੋਈ ਨਹੀਂ ਰਹਿਣੀ ਜੀ। ਬਿਲਕੁਲ, ਭਈ ਜਿਹੜਾ ਇੱਕ ਗੁੰਡਾ ਜਿਹੜਾ ਆ ਵੀ ਉਹਦੀ ਜਿਹੜੀ ਗੁੰਡਾਗਰਦੀ ਆ ਭਈ ਉਹਨੂੰ ਨੱਥ ਪਾਣੇ ਦਾ ਇੱਕੋ ਇੱਕ ਤਰੀਕਾ ਆ ਭਈ ਕਾਨੂੰਨ ਦੇ ਅੰਦਰ ਰਹਿ ਕੇ ਸਿਸਟਮ ਬਣਾਇਆ ਜਾਵੇ ਜੀ, ਭਈ ਜਿਹੜਾ ਉਹਨੂੰ ਫਿਰ ਨੱਥ ਪਾਵੇ। ਬਿਲਕੁਲ, ਔਰ ਉਹ ਜਿਹੜੀ ਨੱਥ ਪਈ ਆ ਉਹ ਫਿਰ ਛੇਤੀ ਕਿਤੇ ਫਿਰ ਉਹ ਲੈਣੀ ਨਹੀਂ ਗੀ। ਫਿਰ ਉਹ ਜਿਹੜੇ ਅੱਗੇ ਗਾਂ ਆਉਣਦੇ ਆ ਵੀ ਉਹਨਾਂ ਨੂੰ ਫਿਰ ਐਨ ਪੂਰਾ ਡਰ ਰਹਿਣਾ ਵੀ ਸਿਰ ਤੇ ਡੰਡਾ ਲਮਕਦਾ ਨਹੀਂ। ਹੁਣ ਆ ਜਿਹੜਾ ਭਾਜੀ ਬਾਕੀ ਭਿੰਦੇ ਭੁੰਦੇ ਹੋਣੀ ਜਿਹੜੀ ਹੇਟ ਸਪੀਚ ਕਰਦੇ ਆ ਸਿੱਖਾਂ ਪ੍ਰਤੀ, ਜਿਹੜੀ ਹਜੇ ਵੀ ਇਹ ਕਰ ਰਿਹਾ ਸੀਗਾ ਪਿਛਲੇ 1-2 ਮਹੀਨੇ ਦੇ ਵਿੱਚ ਵੀ ਇਹਨੇ ਕਈ ਪੋਸਟਾਂ ਪਾਈਆਂ ਆ ਜਿਹਦੇ ਵਿੱਚ ਸਿੱਖਾਂ ਨੂੰ ਸਿੱਧਾ ਸਿੱਖਾਂ ਬਾਰੇ ਬੋਲ ਰਿਹਾ ਆ, ਬਕਵਾਸ ਕਰ ਰਿਹਾ, ਯਾਨੀ ਕਿ ਇੱਕ ਪੱਧਰ ਤੇ। ਯਾਨੀ ਹੁਣ ਇਹਨਾਂ ਨੂੰ ਵੀ ਕੰਨ ਹੋ ਜਾਣੇ ਆ ਕਿ ਭਾਈ ਹੁਣ ਨਹੀਂ ਤਾਂ ਅਗਲਾ ਨੰਬਰ ਤੁਹਾਡੇ ਹੀ ਲੱਗਣਾ ਆ ਸਾਰੇ ਪਾਸੇ। ਬਿਲਕੁਲ, ਔਰ ਇਹ ਗੱਲ ਜ਼ਰੂਰ ਆ ਵੀ ਅਸੀਂ ਬੇਨਤੀ ਕਰਾਂਗੇ ਉਹਨੂੰ ਮਨਪ੍ਰੀਤ ਸਿੰਘ ਨੂੰ ਵੀ ਤੇ ਹੋਰਾਂ ਨੂੰ ਵੀ ਭਾਈ ਜਿੱਥੇ ਤੱਕ ਵੀ ਹੋ ਸਕਦਾ ਆ ਵੀ ਕਮਿਊਨਿਟੀ ਦੇ ਵਿੱਚ ਭਾਵੇਂ ਵਰਕਸ਼ਾਪਸ ਆਰਗੇਨਾਈਜ਼ ਕਰੋ, ਭਾਵੇਂ ਆਨਲਾਈਨ ਗਰੁੱਪ ਬਣਾ ਕੇ ਵੀ ਸਾਰਿਆਂ ਨੂੰ ਜਿਹੜਾ ਪ੍ਰੋਸੈਸ ਆ ਕੰਪਲੇਂਟ ਲੌਜ ਕਰਨੇ ਦਾ ਤੇ ਹੋਰ ਵੀ ਉਹ ਦੱਸੋ ਵੀ ਤਾਂ ਕਿ ਵੀ ਜਿੰਨੀਆਂ ਵੀ ਕੰਪਲੇਂਟਾਂ ਇਹਨਾਂ ਬੰਦਿਆਂ ਦੇ ਖਿਲਾਫ ਦਰਜ ਕਰਵਾਈਆਂ ਜਾ ਸਕਦੀਆਂ ਭਈ ਉਹ ਸਰਕਾਰੀ ਰਿਕਾਰਡਾਂ ਦੇ ਵਿੱਚ ਕਰਵਾਈਆਂ ਜਾਣ, ਕਿਉਂਕਿ ਜਿਹੜੀਆਂ BSA ਦੀਆਂ ਕੰਪਲੇਂਟਾਂ ਆ ਭਾਵੇਂ ਉਹਦਾ ਪ੍ਰੋਸੈਸ ਜਿਹੜਾ 1 ਸਾਲ ਦਾ ਫਰਸਟ੍ਰੇਟਿੰਗ ਜਿਹਾ ਆ, ਤੇ ਜਿਹੜਾ 1-2 ਕੰਪਲੇਂਟਾਂ ਕਰ ਦਿੰਦਾ ਤਾਂ ਉਸ ਤੋਂ ਬਾਅਦ ਦੇਖੇ ਫਿਰ ਉਹ ਕੰਪਲੇਂਟ ਕਰਨੇ ਤੋਂ ਝਿਜਕਦਾ ਹੀ ਆ ਵੀ ਕਹਿੰਦਾ ਖਸਮਾਂ ਨੂੰ ਖਾਵੇ। ਪਰ ਫਿਰ ਵੀ ਜਿਹੜੀਆਂ ਕੰਪਲੇਂਟਾਂ ਸਿਰੇ ਚੜੀਆਂ ਹੋਈਆਂ ਉਹ ਅਜੇ ਵੀ ਇਹਨਾਂ ਦੀ ਵੱਖੀ ਦੇ ਵਿੱਚ ਸੂਏ ਵਾਂਗ ਵੱਜਦੀਆਂ, ਕਿਉਂਕਿ ਅਗਲੇ ਚੁੱਪ ਕਰਕੇ ਵੀ ਉਹਦਾ ਜਿਹੜਾ ਲਿੰਕ ਆ ਵੀ ਉਹ ਜਾ ਕੇ ਤੇ ਭੇਜ ਦਿੰਦੇ ਆ ਵੀ ਆਹ ਦੇਖ ਲਓ ਕਰਤੂਤਾਂ ਇਹਨਾਂ ਦੀਆਂ ਵੀ ਸਰਕਾਰੀ ਏਜੰਸੀ ਨੇ ਇਹਨਾਂ ਬਾਰੇ ਆਹ ਗੱਲਾਂ ਕਹੀਆਂ ਆ। ਬਿਲਕੁਲ, ਤੇ ਉਹ ਜਿਹੜੀ ਦੂਸਰੇ ਕਰਮੰਦਰ ਸਿੰਘ ਢਿੱਲੋਂ ਵਾਲੀ ਵੀ ਜਿਹੜਾ ਐਡੀਟੋਰੀਅਲ ਆ ਅਸਲ ਦੇ ਵਿੱਚ ਉਹਦੇ ਵਿੱਚ ਬੇਈਮਾਨੀ ਇਹ ਹੀ ਆ ਭਈ ਅਗਲੇ ਨੇ ਅੰਗਰੇਜ਼ੀ ਦੇ ਵਿੱਚ ਝੂਠ ਫਰੇਬ ਸਾਰਾ ਲਿਖ ਕੇ ਤੇ ਨਾਲ ਥੱਲੇ ਜਦੋਂ ਲਿਖ ਦਿੱਤਾ ਵੀ ਕਰਮਿੰਦਰ ਸਿੰਘ ਢਿੱਲੋਂ PhD ਤੇ ਦੂਸਰਾ ਆਫੀਸ਼ੀਅਲ ਹੈਗਾ ਆ ਮਲੇਸ਼ੀਅਨ ਗਵਰਨਮੈਂਟ ਦਾ, ਤੇ ਅਗਲਾ ਫੇਸ ਵੈਲਿਊ ਦੇ ਉੱਤੇ ਐਕਸੈਪਟ ਕਰ ਲੈਂਦਾ ਵੀ ਜੋ ਇਹ ਕਹਿ ਰਿਹਾ ਵੀ ਇਹਨੇ ਪੂਰੀ ਆਪਣੀ ਤਸੱਲੀ ਕਰਕੇ ਫੇਰ ਹੀ ਲਿਖਿਆ ਹੋਊਗਾ। ਇਹ ਕੀ ਪਤਾ ਵੀ ਅਗਲਾ ਜਿਹੜਾ ਆ ਵੀ ਉਹ ਬਿਲਕੁਲ ਹੀ ਇਹ ਬੇਈਮਾਨ ਕਿਸਮ ਦਾ ਬੰਦਾ ਆ ਤੇ ਜਿਹੜਾ ਹਰੇਕ ਲਾਈਨ ਦੇ ਵਿੱਚ 2 ਝੂਠ ਲਿਖਣ ਦਿਆ ਔਰ ਬਿਨਾਂ ਕਿਸੇ ਐਵੀਡੈਂਸ ਤੋਂ, ਬਿਨਾਂ ਕਿਸੇ ਕਹਿ ਲਓ ਭਈ ਤੱਥ ਤੋਂ ਵੀ ਉਹਨਾਂ ਨੂੰ ਰਿਫਾਰਮਿਸਟ ਕਹਿ ਰਿਹਾ ਵੀ ਜਿਹੜੇ ਬੰਦੇ ਮਤਲਬ ਭਈ ਬਿਲਕੁਲ ਹੀ ਸਿੱਖ ਵੀ ਕਹਾਉਣ ਦੇ ਲਾਇਕ ਹੈ ਨਹੀਂ ਆਪਣੀਆਂ ਹਰਕਤਾਂ ਕਰਕੇ। ਇਹ ਤੋਂ ਤਾਂ ਇੱਕ ਗੱਲ ਇਹ ਵੀ ਸਮਝ ਆਉਂਦੀ ਭਾਜੀ ਕਿ ਇਹਦਾ ਜੇ ਇਹਨੂੰ ਇਸ ਤਰੀਕੇ ਨਾਲ ਵੀ ਸਮਝਣਾ, ਹੁਣ ਇਹਨੂੰ ਪਤਾ ਨਹੀਂ ਕਿੱਥੋਂ ਇਸ਼ਾਰਾ ਹੋਇਆ ਕਿ ਉਹਦੀ ਪਿੱਠ ਤੇ ਜਾ ਕੇ ਖੜ, ਕਿਉਂਕਿ ਉਹਦਾ ਹਾਲ ਹੋ ਗਿਆ ਮਾੜਾ, ਹੁਣ ਸਾਰੇ ਪਾਸੇ ਉਹ ਐਕਸਪੋਜ਼ ਹੋ ਗਿਆ ਹੈ। ਕੋਈ ਨਾ ਕੋਈ ਹੁਣ ਇਹਨਾਂ ਦੀ ਆਹ ਮੋਹਰਾ ਕੱਢ ਕੇ ਲਿਆਂਦਾ ਜਿਹਦੀ ਤੁਸੀਂ ਫੇਸ ਵੈਲਿਊ ਦੀ ਗੱਲ ਕਰਦੇ ਕਿ ਜਦੋਂ ਇਹ ਲੋਕਾਂ ਨੇ ਪੜ੍ਹਨਾ ਆ, ਚਲੋ ਆਰਟੀਕਲ ਤਾਂ ਪੜ੍ਹ ਹੀ ਲੈਣਾ, ਥੱਲੇ ਜਦੋਂ ਦੇਖਣਾ ਹੈ ਕਿ ਡੈਜ਼ਿਗਨੇਸ਼ਨਸ ਕੀ ਹੈਗੀਆਂ ਤੇ ਉਹ ਫਿਰ ਪੜ੍ਹ ਕੇ ਇੱਕ ਫੇਸ ਵੈਲਿਊ ਨਾਲ ਉਹਨਾਂ ਨੇ ਯਕੀਨ ਕਰਨਾ ਆ। ਮਤਲਬ ਉਹ ਕਿੱਥੋਂ ਇਸ਼ਾਰਾ ਹੋਇਆ ਹੋਣਾ ਕਿ ਇਹਨੇ ਕਿੱਥੋਂ ਮਲੇਸ਼ੀਆ ਬੈਠੇ ਇੱਕ ਗਵਰਨਮੈਂਟ ਜੌਬ ਕਰਦੇ ਨੇ ਆਰਟੀਕਲ ਲਿਖ ਦਿੱਤਾ ਮਤਲਬ, ਹੈ ਨਾ ਜੀ। ਕੋਈ ਨਾ ਮਹਿੰਗਾ ਪੈਣਾ, ਕਿਉਂਕਿ ਅਸਲ ਦੇ ਵਿੱਚ ਗੱਲ ਇਹ ਆ ਵੀ ਜਿੰਨਾ ਹੈਗਾ ਨਾ ਵੀ ਇਹਦੇ ਜਵਾਬ ਜਿਹੜੇ ਹੁਣ ਲਿਖੇ ਜਾ ਰਹੇ ਆ ਬਿਲਕੁਲ ਵੀ ਉਹ ਸਾਰੇ ਵੀ ਮਲੇਸ਼ੀਅਨ ਗਵਰਨਮੈਂਟ ਨੂੰ ਵੀ ਪਹੁੰਚਣੇ ਆ ਭਾਈ, ਕਿਉਂਕਿ ਸਾਡੀ ਕੋਸ਼ਿਸ਼ ਇਹੀ ਸੀਗੀ ਵੀ ਖਾਸ ਤੌਰ ਤੇ ਮੈਂ ਜੇ ਆਪਣੀ ਪਰਸਨਲੀ ਗੱਲ ਕਰਾਂ ਤੇ ਮੈਂ ਤੇ ਅੱਗੇ ਵੀ ਕਿਹਾ ਸੀ ਵੀ 2-3 ਜਿਨ੍ਹਾਂ ਨੇ ਮੇਰੀ ਗੱਲ ਹੋਈ ਇਸ ਮੁੱਦੇ ਦੇ ਉੱਤੇ ਵੀ ਭਾਈ ਵੀ ਇਹਨੂੰ ਬੈਨੀਫਿਟ ਆਫ ਡਾਊਟ ਦਿਓ ਵੀ ਇਹਦੇ ਕੋਲੇ ਇਨਫੋਰਮੇਸ਼ਨ ਗਲਤ ਗਈ ਆ, ਔਰ ਜਿਹੜੇ ਇੱਥੇ ਮਲੇਸ਼ੀਆ ਵਾਲੇ ਕੋਈ ਰਹਿੰਦੇ ਆ ਨਿਊਜ਼ੀਲੈਂਡ ਦੇ ਵਿੱਚ ਭਈ ਉਹਨਾਂ ਵੱਲੋਂ ਇਹਨੂੰ ਗਲਤ ਇਨਫੋਰਮ ਕੀਤਾ ਗਿਆ। ਸੋ ਇਸ ਕਰਕੇ ਵੀ ਇੱਕ ਆਪਣਾ ਜਿਹੜਾ ਸਿੱਖ ਭਰਾ ਆ ਵੀ ਉਹ ਵੀ ਜੇ ਚੰਗੇ ਅਹੁਦੇ ਤੇ ਬੈਠਾ ਆ ਤੇ ਆਪਾਂ ਉਹਨੂੰ ਏਦਾਂ ਵੀ ਖਿੱਚ ਕੇ ਥੱਲੇ ਨਾ ਸੁੱਟੀਏ। ਜੀ ਬਿਲਕੁਲ।
ਪਰ ਜਿਹੜੀਆਂ ਇਹਨੇ ਬਾਅਦ ਵਿੱਚੋਂ ਆ ਹਰਕਤਾਂ ਕੀਤੀਆਂ ਆ ਵੀ ਅਸੀਂ ਇੱਥੇ ਗੱਲ ਖਤਮ ਕਰ ਦੇਣੀ ਵੀ ਠੀਕ ਆ ਵੀ ਉਹ ਕਹਿ ਰਿਹਾ ਵੀ ਮੇਰੇ ਕੋਲ ਟਾਈਮ ਹੈ ਨਹੀਂਗਾ ਵੀ ਕੋਈ ਨਾ ਵੀ ਆਪਾਂ ਉਹਦੀਆਂ ਗੱਲਾਂ ਦਾ ਜਵਾਬ ਦੇ ਦਈਏ ਤੇ ਬਸ ਉੱਥੇ ਜਿਹੜਾ ਆ ਵੀ ਕਾਊਂਟਰ ਪੁਆਇੰਟ ਰੱਖ ਦਈਏ ਗੱਲ ਖਤਮ ਕਰ ਦਈਏ। ਪਰ ਜਿਹੜੀ ਇਹਨੇ ਬੇਵਕੂਫੀ ਕੀਤੀ ਆ ਵੀ ਉਹ ਐਡੀ ਵੀਡੀਓ ਕੱਢ ਕੇ ਤੇ ਉਹਦੇ ਵਿੱਚ ਸਾਰਾ ਕਹਿ ਕੇ ਵੀ ਇਹ ਵੀ ਬੰਦੇ ਕਲੇਮ ਕਰਦੇ ਆ ਵੀ ਜੀ ਅਸੀਂ ਰਿਫਾਰਮ ਮੂਵਮੈਂਟ ਸ਼ੁਰੂ ਕੀਤੀ ਹੈ। ਉਹ ਮੂਰਖਾ ਵੀ ਜਿਹੜੀ ਸਿੱਖਾਂ ਦੇ ਵਿੱਚ ਰਿਫਾਰਮ ਮੂਵਮੈਂਟ ਆ ਉਹ ਤੇ ਸਿੰਘ ਸਭਾ ਤੋਂ ਸ਼ੁਰੂ ਹੋਈ ਆ, ਜਿਹਨੂੰ 125 ਸਾਲ ਹੋ ਗਿਆ। ਬਿਲਕੁਲ ਕਿਹੜਾ ਮੂਰਖ ਆ ਵੀ ਜਿਹੜਾ ਕਹਿੰਦਾ ਵੀ ਮੈਂ ਸ਼ੁਰੂ ਕੀਤੀ ਆ? ਕਿਸੇ ਨੇ ਵੀ ਨਹੀਂ ਕਲੇਮ ਕੀਤਾ। ਬਿਲਕੁਲ ਇਹ ਤੇ ਕਦੀ ਵੀ ਨਹੀਂ ਕਿਸੇ ਨੇ ਵੀ ਨਹੀਂ ਕਲੇਮ ਕੀਤਾ ਵੀ ਤੂੰ ਦਿਖਾ ਦੇ। ਬਿਲਕੁਲ ਵੀ ਕਰਮਿੰਦਰ ਸਿੰਘ ਢਿੱਲੋਂ ਵੀ ਤੈਨੂੰ ਭਰਾਵਾ ਬੇਨਤੀ ਆ ਵੀ ਜਿਹੜੀ ਤੂੰ ਸਟੇਟਮੈਂਟ ਦਿੱਤੀ ਆ ਵੀ ਇਹ ਕਹਿੰਦੇ ਨੇ ਵੀ ਵੀ ਇਹਨਾਂ ਨੇ ਸ਼ੁਰੂ ਕੀਤੀ ਆ, ਲੈ ਇੱਕ ਵੀ ਥਾਂ ਤੇ ਦਿਖਾ ਦੇ ਵੀ ਜੇ ਕਿਸੇ ਨੇ ਕਦੀ ਕਲੇਮ ਕੀਤਾ ਹੋਵੇ ਅੱਜ ਦੇ ਟਾਈਮ ਦੇ ਉੱਤੇ ਵੀ ਪਿਛਲੇ 50 ਸਾਲਾਂ ਦੇ ਵਿੱਚ ਕਿਸੇ ਨੇ ਕਿਹਾ ਹੋਵੇ ਬਈ ਮੈਂ ਸਿੱਖ ਰਿਫਾਰਮ ਮੂਵਮੈਂਟ ਸ਼ੁਰੂ ਕੀਤੀ। ਸਹੀ ਗੱਲ ਹੈ। ਐਡੀ ਬੇਈਮਾਨੀ ਇਹ ਆਪਣੀ ਮੀਆਂ ਮਿੱਠੂ ਬਣੀ ਜਾਂਦੇ, ਐਡਾ ਝੂਠ ਮੀਆਂ ਮਿੱਠੂ ਬਣੀ ਜਾਂਦੇ ਜੀ, ਹੱਦ ਹੀ ਕਰ ਦਿੱਤੀ। ਨਹੀਂ ਇੱਕ ਮੈਂ ਤਾਂ ਚਲੋ ਸਵਾਲ ਤਾਂ ਕਈ ਹੈਗੇ ਆ, ਕਈ ਸੈਂਕੜੇ ਸਵਾਲ ਪੁੱਛੇ ਜਾ ਸਕਦੇ ਇਹਨਾਂ ਨੂੰ ਕਰਮਿੰਦਰ ਸਿੰਘ ਢਿੱਲੋਂ ਨੂੰ। ਹੁਣ ਇੱਕ ਜਿੱਦਾਂ ਮੈਨੂੰ ਤੁਸੀਂ BSA ਦੀ ਗੱਲ ਕਰਦੇ ਸੀ, ਜਦੋਂ ਤੁਸੀਂ ਕੰਪਲੇਂਟ ਕੀਤੀ ਸੀ ਭਾਜੀ, ਉਦੋਂ ਇਹਨੂੰ ਉਹਦਾ ਡਿਸੀਜਨ ਇਹ ਆਇਆ ਸੀਗਾ ਕਿ ਜੋ ਸਟੇਟਮੈਂਟ ਇਹਨੇ ਬੀਬੀਆਂ ਪ੍ਰਤੀ ਦਿੱਤੀਆਂ ਆ, ਵੂਮਨਸ ਪ੍ਰਤੀ ਦਿੱਤੀਆਂ ਆ, ਉਹ ਜਿਹੜਾ ਸਟੇਟਮੈਂਟ ਆ ਜਿਹੜੀ ਸਿੱਖ ਨਿਊਜ਼ੀਲੈਂਡ ਸਟੈਂਡਰਡ ਦੇ ਵਿੱਚ ਉਹ ਕਿਤੇ ਵੀ ਫਿੱਟ ਨਹੀਂ ਹੁੰਦੀਆਂ, ਐਕਸੈਪਟ ਨਹੀਂ ਹੋ ਸਕਦੀਆਂ ਨਿਊਜ਼ੀਲੈਂਡ ਦੇ ਸਮਾਜ ਦੇ ਵਿੱਚ। ਤੇ ਕਰਮਿੰਦਰ ਸਿੰਘ ਢਿੱਲੋਂ ਨੂੰ ਇਹ ਸਵਾਲ ਹੈ ਕਿ ਭਾਈ ਇਹ ਦੱਸ ਦੇ ਕਿ ਇਹ ਸਟੇਟਮੈਂਟ ਤੂੰ ਆਪੇ ਜਾ ਕੇ BSA 'ਚ ਜਾ ਕੇ ਉੱਥੇ ਵੈਬਸਾਈਟ ਮੈਂ ਭੇਜੇ ਲਿੰਕ ਉਹਨੂੰ ਭੇਜੇ, ਫਿਰ ਬਹੁਤ ਵਧੀਆ ਜੀ ਪੜ੍ਹ ਲਿਓ ਲਿੰਕ ਤੇ ਉਹ ਦੱਸਦੀ ਕਿ ਜਿਹੜੀਆਂ ਆ ਸਟੇਟਮੈਂਟ ਇਦਾਂ ਦੀਆਂ ਘਟੀਆ ਪੱਧਰ ਤੇ ਬੀਬੀਆਂ ਬਾਰੇ ਦਿੰਦਾ ਹੈ ਕਿ ਉਹ ਸਿੱਖ ਰਿਫਾਰਮਿਸਟ ਹੋ ਸਕਦਾ ਹੈ। ਬਿਲਕੁਲ। ਔਰ ਜਿਹੜੀਆਂ ਸਟੇਟਮੈਂਟਾਂ ਦੇ ਬਾਰੇ BSA ਨੇ ਜਾਂ ਕਹਿ ਲਓ ਵੀ ਇੱਕ ਜਿਹੜੀ ਆਰਮ ਆ ਜੀ ਨਿਊਜ਼ੀਲੈਂਡ ਸਰਕਾਰ ਦੀ ਵੀ ਲਾਅ ਐਨਫੋਰਸਮੈਂਟ ਦੀ, ਉਹਨੇ ਇਹਦੇ ਬਾਰੇ ਆਹ ਗੱਲ ਕਹੀ ਸੀ ਤੇ ਉਹ ਤੋਂ ਬਾਅਦ ਇਹ 17 ਦੀ ਗੱਲ ਆ ਜੀ, ਤੇ ਉਹ ਤੋਂ ਬਾਅਦ ਇਹ ਐਡੇ ਘਟੀਆ ਪੱਧਰ ਤੇ ਚੱਲ ਗਿਆ। ਬਿਲਕੁਲ ਵੀ ਜੇ ਉਹਨਾਂ ਨੂੰ ਹੁਣ ਸ਼ਿਕਾਇਤਾਂ ਹੋਈਆਂ ਹੁੰਦੀਆਂ ਤੇ ਮਤਲਬ ਵੀ ਉਹਨਾਂ ਨੇ ਦੇਖਦੇ ਹੀ ਰਹਿਣਾ ਸੀਗਾ ਵੀ ਹੱਦ ਹੋ ਗਈ ਵੀ ਇਹ ਬੰਦਾ ਕਿਹੋ ਜਿਹਾ ਆ ਵੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਕੀ ਕਰਦਾ ਫਿਰਦਾ ਪਿਆ। ਤੇ ਇਹ ਕਰਮਿੰਦਰ ਸਿੰਘ ਢਿੱਲੋਂ ਇਹਦੀ ਸਪੋਰਟ ਕਰ ਰਿਹਾ, ਇਹਨੂੰ ਕਹਿ ਰਿਹਾ ਵੀ ਇਹ ਸਿੱਖ ਰਿਫਾਰਮਿਸਟ ਆ। ਬਿਲਕੁਲ ਵੀ ਭਰਾਵਾ ਇਹ ਸਾਰੇ ਦੇ ਨਾਲ ਕਰਮਿੰਦਰ ਸਿੰਘ ਢਿੱਲੋਂ ਵੀ ਤੇਰੀ ਜਿਹੜੀ ਹੈਗੀ ਨਾ ਮੂਰਖਤਾਈ ਤੇ ਬੇਈਮਾਨੀ ਜਿਹੜੀ ਆ ਉਹ ਹੀ ਸਾਬਤ ਹੁੰਦੀ ਆ ਭਈ ਤੂੰ ਇਹ ਜਿਹੜਾ ਸਿੱਖ ਰਿਫਾਰਮਿਸਟ ਸ਼ਬਦ ਵਰਤਿਆ ਆ ਭਈ ਤੂੰ ਸਭ ਕੁਝ ਜਾਣਦਿਆਂ ਹੋਇਆਂ ਬੇਈਮਾਨੀ ਤੇ ਝੂਠ ਵਜੋਂ ਇਹਨੂੰ ਵਰਤ ਰਿਹਾ ਉਹਨਾਂ ਦੇ ਹੱਕ 'ਚ। ਨਹੀਂ ਦੂਜੀ ਗੱਲ ਇਹ ਹੈ ਨਾ ਭਾਜੀ ਕਿ ਕਰਮਿੰਦਰ ਸਿੰਘ ਢਿੱਲੋਂ ਨੂੰ ਤਾਂ ਅਸੀਂ ਕੋਈ ਵੀ ਜਾਣਾ ਇਹ ਨਹੀਂ ਕਹਿ ਸਕਦਾ ਕਿ ਇਹਨੂੰ ਪੰਜਾਬੀ ਸਮਝ ਨਹੀਂ ਆਉਂਦੀ, ਜਿਹੜਾ ਇਹਨੂੰ ਇੰਗਲਿਸ਼ ਟ੍ਰਾਂਸਲੇਟ ਕੀਤਾ ਉਹ 'ਚ ਕਿਤੇ ਨਾ ਕਿਤੇ ਕੁਝ ਗਵਾਚ ਗਿਆ। ਪੰਜਾਬੀ ਸਮਝ ਆਉਂਦੀ ਹੈ, ਸਮਝਦਾ ਪੰਜਾਬੀ 'ਚ ਬੋਲਦਾ, ਇਹਦੇ ਪ੍ਰੋਗਰਾਮ ਸੁਣ ਲਈ ਕੱਢ ਕੇ ਤਾਂ ਤੈਨੂੰ ਸਮਝ ਆ ਜਾਣਾ ਭਾਈ ਕਿ ਕਿਹੜਾ ਸਿੱਖ ਰਿਫਾਰਮਿਸਟ ਹੈਗਾ। ਫਿਰ ਮਤਲਬ ਮੁੱਕ ਦੀ ਗੱਲ ਇੱਥੇ ਹੀ ਹੈ ਕਿ ਭਾਈ ਇਹ ਤੋਂ ਫਿਰ ਸਾਰਾ ਕੁਝ ਕਲੀਅਰ ਹੋ ਰਿਹਾ ਹੈ ਕਿ ਜੋ ਤੂੰ ਲਿਖਿਆ ਭਾਈ ਜਦ ਤੂੰ ਬੋਲਿਆ ਹੈ ਉਹ ਸਾਰਾ ਕੁਝ ਤੇਰੀ ਬੇਈਮਾਨੀ ਚੋਂ ਨਿਕਲਿਆ ਹੈਗਾ ਆ, ਤੇ ਤੂੰ ਇਹਨਾਂ ਦੇ ਹੱਕ 'ਚ ਆ ਕੇ ਨਿਤਰਿਆ ਆ, ਉਹ ਵੀ ਕਿਸੇ ਦੇ ਇਸ਼ਾਰੇ ਤੇ ਆ ਕੇ ਨਿਤਰਿਆ ਆ। ਏਦਾਂ ਨਹੀਂ ਤੂੰ ਆ ਸਕਦਾ, ਨਹੀਂ ਤਾਂ ਐਵੇਂ ਬੈਠਾ ਤੂੰ ਮਤਲਬ ਰਾਤ ਨੂੰ ਸੁੱਤਾ ਤੈਨੂੰ ਕੋਈ ਸੁਪਨਾ ਆਇਆ ਕਿ ਮੈਂ ਸਵੇਰੇ ਉੱਠ ਕੇ ਐਡੀਟੋਰੀਅਲ ਲਿਖਣਾ ਹਰਨੇਕ ਸਿੰਘ ਦੇ ਹੱਕ ਦੇ ਵਿੱਚ, ਨਾਲੇ ਹਮਲਾ ਹੋਏ ਨੂੰ ਤਾਂ ਕਿੰਨਾ ਟਾਈਮ ਹੋ ਗਿਆ ਸੀਗਾ। ਔਰ ਹੈਰਾਨੀ ਵਾਲੀ ਗੱਲ ਆ ਵੀ ਜਿੰਨੇ ਵੀ ਗਧੇ ਹੈਗੇ ਆ ਉਹ ਸਾਰੇ ਗਧਿਆਂ ਦੇ ਹੱਕ ਦੇ ਵਿੱਚ ਹੀ ਬੋਲੇ ਆ। ਸਹੀ ਗੱਲ ਹੈ ਜੀ। ਤੇ ਉਹ ਚੀਜ਼ਾਂ ਸਾਨੂੰ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਆ। ਉਹ ਗੱਲ ਉਹੀ ਆ ਜਾਂਦੀ ਨਾ ਭਾਜੀ, ਜਿਹੜਾ ਮੇਨ ਨੁਕਤਾ ਆ ਜਿਹੜਾ ਬਾਰ-ਬਾਰ ਸਾਨੂੰ ਸਟ੍ਰਾਈਕ ਕਰਦਾ ਹੈ ਕਿ ਜਦੋਂ ਅਸੀਂ ਗਿਆਨਹੀਨ ਹੋ ਜਾਣਾ ਆ ਤੇ ਇਹੋ ਜਿਹੇ ਗਧਿਆਂ ਨੇ ਆ ਕੇ ਸਾਡੇ ਸਿਰ ਤੇ ਰਾਜ ਕਰਨਾ ਆ। ਤੇ ਜਦੋਂ ਸਾਨੂੰ ਗਿਆਨ ਹੋ ਗਿਆ ਕਿ ਭਾਈ ਇਹ ਤਾਂ ਗਧੇ ਨੇ, ਇਹਨਾਂ ਨੂੰ ਗਧਿਆਂ ਦੀ ਔਕਾਤ ਤੇ ਰੱਖੀਏ, ਤਾਂ ਫਿਰ ਆਪਾਂ ਆਪਣੇ ਆਪ 'ਚ ਵੀ ਸਾਡਾ ਕੌਨਫੀਡੈਂਸ ਬਿਲਡ ਹੋਣਾ ਆ ਤੇ ਇਹਨਾਂ ਨੂੰ ਵੀ ਜਿਹੜੀ ਥਾਂ ਤੇ ਬਿਠਾ ਕੇ ਰੱਖਿਆ ਉਹ ਤੋਂ ਪਰੇ ਕਰ ਦੇਣਾ। ਮੈਨੂੰ ਬਾਤ ਤੁਹਾਡੀ ਗੱਲ ਤੋਂ ਹੀ ਧਿਆਨ ਆ ਗਿਆ ਭਈ ਇਹ ਭਾਈ ਵੀ ਕਰਮਿੰਦਰ ਸਿੰਘ ਢਿੱਲੋਂ ਨੇ ਵੀ ਇਹ ਕਿਹਾ, ਕਹਿੰਦਾ ਵੀ ਅਸਲ ਦੇ ਵਿੱਚ ਵੀ ਸਾੜਾ ਆ। ਸਾੜਾ ਕਾਹਦਾ ਕਿ ਇਸ ਗੱਲ ਦਾ ਵੀ ਢੱਡਰੀਆਂ ਵਾਲੇ ਅੱਗੇ ਲੱਖਾਂ ਬੰਦੇ ਬਹਿੰਦੇ ਨੇ ਤੇ ਨੇਕੀ ਨੂੰ ਹਜ਼ਾਰਾਂ ਬੰਦੇ ਸੁਣਦੇ ਨੇ। ਅੱਛਾ ਜੀ। ਤੇ ਸ਼ੁਰੂ ਦੇ ਵਿੱਚ ਇਹ ਗੱਲ ਕਹਿਣ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਕਹਿਤਾ ਵੀ ਕਹਿੰਦਾ ਵੀ ਤੁਸੀਂ ਸੋਚਦੇ ਹੋਣੇ ਆ ਵੀ ਇਹ ਬੰਦਾ ਕੌਣ ਆ, ਕਰਮਿੰਦਰ ਸਿੰਘ ਢਿੱਲੋਂ ਆਪਣੇ ਬਾਰੇ ਕਹਿ ਰਿਹਾ ਵੀ ਤੁਸੀਂ ਸੋਚਦੇ ਹੋਣੇ ਵੀ ਇਹ ਕਰਮਿੰਦਰ ਸਿੰਘ ਢਿੱਲੋਂ ਕੌਣ ਆ। ਬਹੁਤੇ ਬੰਦੇ ਕਹਿੰਦਾ ਵੀ ਮੈਨੂੰ ਕੋਈ ਬਹੁਤੇ ਜਾਣਦੇ ਨਹੀਂ ਬੰਦੇ ਵੀ ਨਾ ਕੋਈ ਕਿਸੇ ਨੂੰ ਪਤਾ ਆ ਵੀ ਮੈਂ ਕੌਣ ਆ ਕੀ ਕਰਦਾ। ਸੋ ਮਤਲਬ ਵੀ ਜੇ ਉਹਨਾਂ ਦੀ ਜਿਹੜੀ ਆ ਵੀ ਹੈਸੀਅਤ ਜਾਂ ਕਹਿ ਲਓ ਵੀ ਉਹਨਾਂ ਦੇ ਸਹੀ ਹੋਣ ਦਾ ਪੈਮਾਨਾ ਇਹ ਆ ਭਈ ਲੱਖਾਂ ਬੰਦੇ ਉਹਨਾਂ ਨੂੰ ਸੁਣ ਰਹੇ ਨੇ, ਹਜ਼ਾਰਾਂ ਬੰਦੇ ਸੁਣ ਰਹੇ ਨੇ, ਫੇ ਭਰਾਵਾ ਵੀ ਤੂੰ ਤਾਂ ਫਿਰ ਗਲਤ ਆਪੇ ਹੀ ਸਾਬਤ ਹੋ ਗਿਆ ਨਾ, ਕਿਉਂਕਿ ਤੂੰ ਆਪ ਕਹਿਤਾ ਵੀ ਤੈਨੂੰ ਤਾਂ ਜਾਣਦਾ ਕੋਈ ਨਹੀਂ। ਤੈਨੂੰ ਜਾਣਦਾ ਕੋਈ ਨਹੀਂ, ਸਹੀ ਗੱਲ ਹੈ। ਤੇ ਦੂਜਾ ਫਿਰ ਹੁਣ ਰਾਧਾ ਸਵਾਮੀਆਂ ਕੋਲੇ ਇਹਨਾਂ ਤੋਂ ਕਈ ਗੁਣਾ ਜ਼ਿਆਦੇ ਆ ਕੇ ਪੈਂਦੇ। ਉਹ ਜਿਹੜਾ ਉਹ ਸਰਸੇ ਵਾਲਾ ਬਲਾਤਕਾਰੀ ਆ ਸੌਦਾ ਸਾਧ, ਉਹਦੇ ਸਾਹਮਣੇ ਕਿੰਨੇ ਇਹਨਾਂ ਤੋਂ ਕਈ ਗੁਣਾ ਜ਼ਿਆਦੇ ਆ ਕੇ ਬੰਦੇ ਬਹਿੰਦੇ ਨੇ। ਉਹ ਅਜੇ ਵੀ ਇਹ ਜਾ ਕੇ ਉਹ ਕਹਿੰਦੇ ਕਿ ਜੇਲ੍ਹ 'ਚ ਮੱਥਾ ਟੇਕੀ ਜਾਂਦੇ ਨੇ, ਬਾਹਰ ਜਾ ਕੇ ਮੱਥਾ ਟੇਕੀ ਜਾਂਦੇ ਹੈਗੇ। ਉਹਨਾਂ ਦੇ ਹੱਕ ਦੇ ਵਿੱਚ ਵੀ ਭੁਗਤ ਪਈ ਫਿਰ
ਮਤਲਬ ਜੇ ਮਤਲਬ ਗੱਲ ਇਹ ਹੈ ਕਿ ਭੀੜ ਪੈਮਾਨਾ ਲਾਣੀ ਆ ਤੇ ਫਿਰ ਤਾਂ ਜਿੱਥੇ ਤੁਸੀਂ ਫਿਰ ਇਹਨਾਂ ਨੂੰ ਕਿੱਥੇ ਰੱਖੋਗੇ? ਬਿਲਕੁਲ ਇਹਦੇ ਮੁਤਾਬਕ ਕਰਮਿੰਦਰ ਸਿੰਘ ਦੇ ਮੁਤਾਬਕ ਤਾਂ ਫਿਰ ਵੀ ਰਾਧਾ ਸਵਾਮੀ ਵੀ ਰਿਫਾਰਮਿਸਟ ਹੋ ਗਏ, ਬਿਲਕੁਲ, ਤੇ ਇਹ ਸੌਦੇ ਸਾਧ ਵਾਲਾ ਵੀ ਰਿਫਾਰਮਿਸਟ ਹੋ ਗਿਆ। ਅੱਛਾ ਭਾਜੀ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਤੁਹਾਨੂੰ ਹੁਣ ਚੇਤਾ ਹੀ ਹੋਣਾ, ਹਰਨੇਕ ਆਪਣੇ ਪ੍ਰੋਗਰਾਮਾਂ 'ਚ ਕਹਿੰਦਾ ਹੁੰਦਾ ਸੀਗਾ, ਮਤਲਬ ਹੁਣ ਅਸੀਂ ਚਲੋ ਸ਼ਬਦ ਉਹ ਵਰਤ ਲੈਂਦੇ ਹਾਂ, ਇਹ ਜਦੋਂ ਇਹਦੇ ਹੱਕ 'ਚ ਕੋਈ ਭੁਗਤਦਾ ਸੀ ਕਹਿੰਦਾ ਦਲਾਲ ਨਾ ਬਣਿਆ ਕਰੋ ਮੇਰੇ, ਕੁਛ ਏਦਾਂ ਕਹਿੰਦਾ ਹੁੰਦਾ ਸੀਗਾ। ਤੇ ਹੁਣ ਇਹ ਕਰਮਿੰਦਰ ਸਿੰਘ ਢਿੱਲੋਂ ਨੂੰ ਪੁੱਛਣਾ ਬਣਦਾ ਆ ਕਿ ਇਹ ਦਲਾਲ ਆਪੇ ਬਣਿਆ ਕਿ ਕਿਸੇ ਨੇ ਬਣਾਇਆ ਆ? ਕਿਸੇ ਨੇ ਬਣਾਇਆ, ਬਿਲਕੁਲ ਹੈ ਨਾ ਜੀ। ਸ਼ਬਦ ਲਈ ਅਸੀਂ ਮਾਫੀ ਮੰਗਦੇ ਹਾਂ, ਲੇਕਿਨ ਇਹਦੇ ਮੂੰਹ ਦੇ ਸ਼ਬਦ ਆ ਹਰਨੇਕ ਦੇ। ਇੱਕ ਹੋਰ ਵੀ ਗੱਲ ਆਪਾਂ ਇੱਥੇ ਰੱਖ ਦਈਏ ਵੀ ਭਾਈ ਜਿਹੜੇ ਨਾ ਅੱਜ ਬਹੁਤੇ ਜਿਹੜੇ ਕਹਿ ਲਓ ਭਈ ਅਫਸਰੀਆਂ ਮਾਣ ਰਹੇ ਨੇ ਮਲੇਸ਼ੀਆ ਦੇ ਵਿੱਚ, ਉਹਨਾਂ ਦੇ ਜਿਹੜੇ ਬਜ਼ੁਰਗ ਸੀ ਨਾ ਜੀ, ਜਿੰਨੀ ਸੇਵਾ ਗੁਰਦੁਆਰਿਆਂ ਦੀ ਤੇ ਧਰਮ ਦੀ ਤੇ ਕੌਮ ਦੀ ਉੱਥੇ ਉਹਨਾਂ ਬੰਦਿਆਂ ਨੇ ਕੀਤੀ ਆ, ਇਹ ਕਰਮਿੰਦਰ ਸਿੰਘ ਢਿੱਲੋਂ ਵਰਗਿਆਂ ਦੇ ਬਜ਼ੁਰਗਾਂ ਨੇ ਜੀ। ਭਈ ਉਹ ਸੇਵਾ ਉਹਨਾਂ ਨੇ ਸਿਰਫ ਇਦਾਂ ਹੀ ਨਹੀਂ ਕੀਤੀ ਵੀ ਇਹ ਵੀ ਗੁਰਦੁਆਰੇ ਐਸਟੈਬਲਿਸ਼ ਕਰ ਦਿੱਤੇ, ਬਕਾਇਦਾ ਗੁਰਦੁਆਰਿਆਂ ਦੇ ਵਿੱਚ ਰਾਗੀਆਂ ਵਜੋਂ, ਢਾਡੀਆਂ ਵਜੋਂ, ਦੂਸਰੇ ਆਪਣਾ ਕੀਰਤਨੀਆਂ ਵਜੋਂ ਤੇ ਗ੍ਰੰਥੀਆਂ ਵਜੋਂ ਭਈ ਸੇਵਾ ਕੀਤੀ ਆ ਬਕਾਇਦਾ ਜੀ। ਭਈ ਹੁਣ ਮੈਨੂੰ ਇਹਦਾ ਨਹੀਂ ਪਤਾ, ਪਰ ਜਿਹੜੇ ਹੈਗੇ ਨਾ ਦੂਸਰੇ ਆਪਣੇ ਜਰਨੈਲ ਸਿੰਘ ਢਿੱਲੋਂ ਅਰਸ਼ੀ ਗਿਆਨੀ, ਉਹਨਾਂ ਦੇ ਫਾਦਰ ਸਾਹਿਬ ਐਜ਼ ਗ੍ਰੰਥੀ ਮਲੇਸ਼ੀਆ ਦੇ ਵਿੱਚ ਬਹੁਤ ਉਹਨਾਂ ਨੇ ਸੇਵਾ ਕੀਤੀ। ਠੀਕ ਹੈ ਜੀ। ਤੇ ਹੁਣ ਇਹਨੂੰ ਸਵਾਲ ਇਹ ਆ ਵੀ ਭਰਾਵਾ ਵੀ ਤੂੰ ਸੁਣਿਆ ਵੀ ਹਰਨੇਕ ਗ੍ਰੰਥੀਆਂ ਬਾਰੇ ਕੀ ਕਹਿੰਦਾ ਹੈ? ਤੂੰ ਸੁਣਿਆ ਢਾਡੀਆਂ ਬਾਰੇ, ਰਾਗੀਆਂ ਬਾਰੇ, ਕੀਰਤਨੀਆਂ ਬਾਰੇ ਕੀ ਬਕਵਾਸ ਕਰਦਾ ਉਹ? ਤੂੰ ਚੁੱਪ ਕਰਕੇ ਵੀ ਇਹ ਵੀ ਤੂੰ ਉਹਨੂੰ ਕਹਿ ਦਿੱਤਾ ਵੀ ਰਿਫਾਰਮਿਸਟ ਆ। ਸਹੀ ਗੱਲ ਹੈ। ਥੋੜਾ ਜਿਹਾ ਭਈ ਫੇਰ ਵੀ ਅਸੀਂ ਬੇਨਤੀ ਕਰਦੇ ਹਾਂ ਭਈ ਬੈਕਗ੍ਰਾਉਂਡ ਚੈੱਕ ਕਰ ਲਾ, ਇਹਦੀਆਂ ਪਿਛਲੀ ਬਕਵਾਸ ਜਿਹੜੀ ਉਹ ਸੁਣ ਲਾ। ਬਿਲਕੁਲ, ਜੇ ਨਹੀਂ ਹੈਗੀ ਤੇ ਅਸੀਂ ਭੇਜ ਦਿੰਨੇ ਆ। ਬਿਲਕੁਲ, ਪਰ ਇਹ ਜਿਹੜੀ ਤੂੰ ਕਹੀ ਜਾਂਦਾ ਨਾ ਵੀ ਇਹ ਰਿਫਾਰਮਿਸਟ ਨੇ, ਇਹ ਤੇ ਬਹੁਤ ਵੱਡੀ ਬੇਈਮਾਨੀ ਔਰ ਝੂਠ ਆ। ਬਿਲਕੁਲ ਜੀ। ਸੋ ਅਸੀਂ ਆਸ ਕਰਾਂਗੇ ਵੀ ਜਿਹੜੀ ਤੇਰੀ PhD ਆ ਵੀ ਜਿੱਦਾਂ ਦੀ ਵੀ ਹੈਗੀ ਆ, ਉਹ ਤੈਨੂੰ ਵੀ ਇਹ ਸਲਾਹ ਦੇ ਦਿੰਦੀ ਆ ਵੀ ਥੋੜਾ ਜਿਹਾ ਵੀ ਮੁੜ ਵਿਚਾਰ ਲਾ। ਸਹੀ ਗੱਲ। ਜੋ ਤੂੰ ਅਜੇ ਤੱਕ ਪੈਂਤੜੇ ਲੈ ਬੈਠਾ ਕਰਮਿੰਦਰ ਸਿੰਘ ਢਿੱਲੋਂ। ਬਿਲਕੁਲ। ਸੋ ਵੀ ਉਹਦੇ ਵਿੱਚ ਹੀ ਕੌਮ ਦਾ ਵੀ ਫਾਇਦਾ ਆ ਤੇ ਉਹਦੇ ਵਿੱਚ ਤੇਰਾ ਵੀ ਫਾਇਦਾ ਆ। ਬਿਲਕੁਲ ਜੀ, ਬਿਲਕੁਲ। ਠੀਕ ਹੈ ਭਾਜੀ, ਤੇ ਅੱਜ ਦੇ ਪ੍ਰੋਗਰਾਮ ਨੂੰ ਫਿਰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਬਾਰ-ਬਾਰ ਅਸੀਂ ਇਹੀ ਬੇਨਤੀ ਕਰਦੇ ਕਿ ਭਾਈ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਗਿਆਨਵਾਨ ਕਰੋ ਤੇ ਆਪਣਾ ਜਿਹੜਾ ਹੈਗਾ ਸੋਚ ਦਾ ਪੱਧਰ ਉੱਚਾ ਚੱਕੋ, ਤਾਂ ਕਿ ਇਹੋ ਜਿਹੇ ਫਰੀਬੀਆਂ, ਇਹੋ ਜਿਹੇ ਬੇਈਮਾਨਾਂ ਨੂੰ ਤੁਸੀਂ ਪਛਾਣ ਸਕੋ। ਤੇ ਕਿਉਂਕਿ ਇਹਨਾਂ ਦੇ ਸ਼ਿਕੰਜੇ ਜਦੋਂ ਤੁਸੀਂ ਫਸ ਜਾਣਾ ਤੇ ਭਾਈ ਠੱਗਿਆ ਹੀ ਜਾਣਾ ਹੈ, ਤੇ ਜਦੋਂ ਤੁਸੀਂ ਠੱਗਿਆ ਜਾਣਾ ਫਿਰ ਤੁਸੀਂ ਪਛਤਾਉਣਾ ਹੈਗਾ। ਤੇ ਇਸ ਕਰਕੇ ਕਹਿੰਦੇ ਆ ਕਿ ਭਾਈ ਪਛਤਾਉਣ ਤੋਂ ਪਹਿਲਾਂ ਵਧੀਆ ਆ ਕਿ ਜਿਹੜਾ ਆਪਣਾ ਤੁਸੀਂ ਗਿਆਨ ਦਾ ਪੱਧਰ ਉੱਚਾ ਚੱਕ ਕੇ ਤੇ ਆਪਣੇ ਆਪ ਨੂੰ ਗਿਆਨਵਾਨ ਕਰੋ ਤੇ ਗੁਰਬਾਣੀ ਰੋਜ਼ ਪੜ੍ਹੋ, ਵਿਚਾਰੋ, ਕਿਉਂਕਿ ਗੁਰਬਾਣੀ ਨਹੀਂ ਭਾਜੀ ਸਾਨੂੰ ਜਿਹੜਾ ਕਹਿੰਦੇ ਆ ਨਾ ਰਾਹ ਦਿਖਾਣਾ ਹੈ, ਜਿਹੜਾ ਸਹੀ ਰਾਹ ਆ ਜਿੱਤੋਂ ਇਹ ਦੂਰ ਲੈ ਕੇ ਜਾਣਾ ਚਾਹੁੰਦੇ ਆ ਸਾਨੂੰ ਖੱਪਗ੍ਰੇਡ ਜੇ। ਤੇ ਇਸ ਕਰਕੇ ਗੁਰਬਾਣੀ ਨਾਲ ਜੁੜੋ ਤੇ ਗੁਰਬਾਣੀ ਰੋਜ਼ ਪੜ੍ਹੋ, ਵਿਚਾਰੋ। ਇਸੇ ਹੀ ਨੋਟ ਤੇ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰਬਾਣੀ ਰੋਜ਼ ਪੜ੍ਹੋ, ਵਿਚਾਰੋ। ਇਸੇ ਹੀ ਨੋਟ ਤੇ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।